ਤੇ ਵੱਖ-ਵੱਖ ਥਾਵਾਂ ਤੋਂ ਆਏ ਕਿਸਾਨ ਵੀਰੋ, ਸਭ ਤੋਂ ਪਹਿਲਾਂ ਫਤਿਹ ਦੀ ਸੰਤ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਦੋਂ ਗੱਲ ਇਹ ਚੱਲਦੀ ਹੈ ਕਿ ਸਿੱਧੀ ਬਿਜਾਈ ਕਰੀਏ ਤੇ ਥੋੜੀ ਜਿਹੀ ਮਿਹਨਤ ਜ਼ਿਆਦਾ ਚੱਲਦੀ ਹੈ ਤੇ ਚਲੋ ਜਰਾ ਪਿੱਛੇ 78-89 ਤੋਂ ਪਹਿਲਾਂ ਕਿੱਥੇ ਸੀ ਝੋਨਾ, ਕੀ ਬੀਜਦੇ ਸੀ? ਫਿਰ ਮੱਕੀ ਬੀਜਦੇ ਸੀ। ਮੈਂ ਜਦੋਂ ਮੱਕੀ ਬੀਜਦਾ ਰਿਹਾ, ਛੋਟਾ ਹੁੰਦਾ ਸੀ, 6ਵੀਂ 7ਵੀਂ 8ਵੀਂ ਪੜ੍ਹਦਾ, ਮੇਰੇ ਫਾਦਰ, ਮੇਰੇ ਗ੍ਰੈਂਡਫਾਦਰ ਤੇ ਮੈਂ, ਸਾਡੀਆਂ 3 ਜਨਰੇਸ਼ਨਾਂ ਮੱਕੀ ਦੇ ਖੇਤ 'ਚ ਹੀ ਖੜੇ ਰਹਿੰਦੇ ਸੀ। ਹੁੰਦਾ ਕੀ ਸੀ ਕਿ ਸ਼ਾਮ ਨੂੰ 3 ਵਜੇ ਤੋਂ ਬਾਅਦ, 12-1 ਵਜੇ ਤੋਂ ਬਾਅਦ ਤੋਤੇ ਤੇ ਕਾਂ ਤੇ ਸਾਰੀ ਦੁਨੀਆ ਭਰ ਦੇ ਮੱਕੀ 'ਚ ਆ ਜਾਣੇ ਤੇ ਫਿਰ ਮਨੇ ਬਣਾਉਣੇ ਖੇਤਾਂ 'ਚ। ਮਨਿਆਂ ਦੇ ਉੱਤੇ ਗੋਪੀਏ ਲੈਣੇ, ਸਾਰਾ ਦਿਨ ਗੋਪੀਏ ਨਾਲ ਘੁਮਾਈ ਜਾਣਾ ਤੇ ਤੋਤੇ ਉਡਾਈ ਜਾਣੇ। ਤੇ ਫਿਰ ਪਟਾਸ਼ ਵਾਲੇ ਹੁੰਦੇ ਸੀ, ਪਟਾਕੇ ਮਾਰਨ ਵਾਲੇ, ਉਹ ਮਾਰੀ ਜਾਣੇ। ਤੇ ਮੱਕੀ ਦੇ ਵਿੱਚ ਜਦੋਂ ਗੁੱਡਦੇ ਹੁੰਦੇ ਸੀ ਨਾ ਮੱਕੀ ਨੂੰ, ਤੁਹਾਨੂੰ ਪਤਾ ਮੱਕੀ ਦੇ ਗੁੱਡ ਦਾ ਜੱਟ ਸਾਧ ਬਣ ਗਿਆ ਸੀ। ਮੱਕੀ ਦੀ ਗੁਡਾਈ ਇਸ ਤਰ੍ਹਾਂ ਦੀ ਹੈ ਕਿ ਏਡੀ ਵੱਡੀ ਹੋ ਜਾਂਦੀ ਹੈ। ਹੁਣ ਤਾਂ ਨਦੀਨਨਾਸ਼ਕ ਆ ਗਏ। ਸੋ ਕਿੰਨੀ ਮਿਹਨਤ ਕਰਨ ਤੋਂ ਬਾਅਦ ਆਪਾਂ ਖੇਤੀਬਾੜੀ ਦੇ ਵਿੱਚ ਹੌਲੀ ਹੌਲੀ ਗ੍ਰੀਨ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ। ਬੜਾ ਮਾੜਾ ਕੀਤਾ। ਮੈਂ ਕਹਿੰਦਾ ਗ੍ਰੀਨ ਰੈਵੋਲੂਸ਼ਨ ਨੇ ਬਹੁਤ ਵਧੀਆ ਕੰਮ ਕੀਤਾ। ਅੱਜ ਜਿਹੜੇ ਆਪਾਂ ਕਾਰਾਂ 'ਚ ਚੜੇ ਫਿਰਦੇ ਹਾਂ, ਇੰਨੀਆਂ ਵਧੀਆ ਸੜਕਾਂ ਬਣੀਆਂ ਹੋਈਆਂ ਨੇ। ਅੱਜ ਕੱਲ੍ਹ ਹਰ ਇੱਕ ਕਿਸਾਨ, ਹਰ ਇੱਕ ਬੰਦਾ ਪੜ੍ਹਿਆ ਲਿਖਿਆ ਪੰਜਾਬ ਦਾ। ਤੁਸੀਂ ਉਹਨਾਂ ਏਰੀਆ ਜਾ ਕੇ ਦੇਖੋ ਜਿੱਥੇ ਗ੍ਰੀਨ ਰੈਵੋਲੂਸ਼ਨ ਨਹੀਂ ਆਇਆ। ਕਦੇ ਵਿਜ਼ਿਟ ਤਾਂ ਕਰੋ ਜਾ ਕੇ ਉੜੀਸਾ ਨੂੰ, ਕਦੇ ਵੇਖੋ ਤਾਂ ਅਸੀਂ ਜਾ ਕੇ ਆਂਧਰਾ 'ਚ ਕੀ ਹੈ। ਤੇ ਉਹ ਇੱਥੇ ਆਣ ਕੇ ਸਾਡੇ ਕੋਲੋਂ ਬਾਰ-ਬਾਰ ਉਹਨਾਂ ਦੀ ਯੂਨੀਵਰਸਿਟੀਆਂ ਦੇ ਬੰਦੇ, ਹੋਰ ਬੰਦੇ, ਉਹ ਆਣ ਕੇ ਸਾਨੂੰ ਪੁੱਛਦੇ ਨੇ ਕਿ ਦੱਸੋ ਜੀ ਗ੍ਰੀਨ ਰੈਵੋਲੂਸ਼ਨ ਆਇਆ ਕਿਵੇਂ, ਅਸੀਂ ਵੀ ਲੈ ਕੇ ਆਉਣਾ। ਤੇ ਜੇ ਇੰਨਾ ਮਾੜਾ ਸੀ ਤਾਂ ਦੁਨੀਆ ਭਰ ਦੇ ਲੋਕ ਕਿਉਂ ਤੁਰੇ ਆਉਂਦੇ ਸਾਡੇ ਵੱਲ? ਸੋ ਮਸਲਾ ਇਹ ਨਹੀਂ ਕਿ ਗ੍ਰੀਨ ਰੈਵੋਲੂਸ਼ਨ ਮਾੜਾ ਹੋਇਆ। ਅੱਜ ਘਰਾਂ ਦੇ ਵਿੱਚ, ਪੰਜਾਬ ਦੇ ਵਿੱਚ ਇਹਦੇ 1960-62 ਤੋਂ ਪਹਿਲਾਂ ਦੀ ਗੱਲ ਹੈ ਕਿ ਕੱਚੇ ਘਰ ਇੱਕ ਅੱਧੇ ਦਾ ਪੱਕਾ ਹੁੰਦਾ ਸੀ। ਅੱਜ ਕੋਠੀਆਂ ਪਈਆਂ, ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਹਾਂ, ਸਾਰਾ ਕੁਛ ਹੈ। ਪਰ ਮਸਲਾ ਇਹ ਹੈ ਕਿ ਸਾਨੂੰ ਗ੍ਰੀਨ ਰੈਵੋਲੂਸ਼ਨ ਨੇ ਜੇ ਨੁਕਸਾਨ ਕੀਤਾ ਤਾਂ ਉਹ ਕੀਤਾ ਕਿ ਪੰਜਾਬ ਦੀ ਕਿਸਾਨੀ ਜਿਹੜੀ ਹੈ, ਪੰਜਾਬ ਦੇ ਲੋਕਾਂ ਨੂੰ ਮਿਹਨਤ ਕਰਨ ਦੀ ਆਦਤ ਘਟਾ ਦਿੱਤੀ, ਹੋਰ ਕੋਈ ਗੱਲ ਨਹੀਂ। ਤੇ ਆਹ ਹੁਣ ਨਵਾਂ ਸਿਸਟਮ ਦਿੱਤਾ ਨਾ, ਡਾਕਟਰ ਭੁੱਲਰ ਹੋਣਾ ਨੂੰ ਬੋਲ ਕੇ ਗਏ ਆ, ਡਾਕਟਰ ਗਿੱਲ ਬੋਲ ਕੇ ਗਏ ਆ, ਬੜੀ ਵੱਡੀ ਦੇਣ ਹੈ ਇਹਨਾਂ ਦੀ। ਇਹਨਾਂ ਦਾ ਸ਼ੀਸ਼ੇ ਜੁੜਾ ਕੇ ਰੱਖਣਾ ਚਾਹੀਦਾ। ਇਹ ਉਹ ਬੰਦੇ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਖੇਤੀ ਨੂੰ ਦੂਜਾ ਇੱਕ ਹੋਰ ਮੋੜ ਦੇਣਾ ਹੈ। ਸੋ ਇਹ ਜਿਹੜੀਆਂ ਨਵੀਆਂ ਤਕਨੀਕਾਂ ਆਈਆਂ ਨੇ, ਇਹਦੇ 'ਚ ਦੁਬਾਰਾ ਫਿਰ ਸਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਪੈ ਰਹੀ। ਸੋ ਜਦੋਂ ਮਿਹਨਤ ਕਰਨ ਦੀ ਲੋੜ ਪੈ ਰਹੀ ਹੈ ਤਾਂ ਫਿਰ ਥੋੜ੍ਹਾ ਜਿਹਾ ਤਕਲੀਫ ਹੋ ਰਹੀ ਹੈ ਤੇ ਆਪਾਂ ਉਸ ਤਕਲੀਫ 'ਚੋਂ ਬਾਹਰ ਨਿਕਲ ਕੇ ਇਹ ਕੰਮ ਕਰਨਾ। ਸੋ ਮੈਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਮੈਂ ਉਹ ਮੱਕੀ ਵਾਲੇ, ਤੇ ਫਿਰ ਜਦੋਂ ਝੋਨਾ ਲਾਇਆ ਸੀ, ਜਦੋਂ ਅਜੇ ਕੱਦੂ ਵਾਲਾ ਝੋਨਾ ਚੱਲਿਆ ਸੀ, ਮਾਝੇ ਦੇ ਵਿੱਚ ਤਾਂ ਪਹਿਲਾਂ ਵੀ ਸੀਗਾ ਕਿਉਂਕਿ ਇੱਥੇ ਲੋਕ ਬਾਸਮਤੀ ਏਰੀਏ 'ਚ, ਮਾਲਵੇ 'ਚ ਝੋਨਾ ਨਹੀਂ ਸੀ ਬਿਲਕੁਲ ਹੀ ਹੁੰਦਾ। ਸੋ ਜਦੋਂ ਨਹੀਂ ਸੀ ਹੁੰਦਾ ਤੇ ਝੋਨਾ ਲਾਉਣਾ ਸ਼ੁਰੂ ਕੀਤਾ 78 ਦੇ ਵਿੱਚ, ਪਹਿਲੀ ਵਾਰੀ 78-79 ਦੇ ਵਿੱਚ, ਤਾਂ ਫਿਰ ਇਹ ਹੁੰਦਾ ਸੀ ਕਿ ਕਿਤੇ ਬਲਦ ਕੱਢ ਗਿਆ, ਬਲਦ ਨੂੰ ਕੱਢੀ ਦਾ ਸੀ ਬਾਹਰ, ਕਿਤੇ ਟਰੈਕਟਰ ਦਾ ਟਾਇਰ ਕੱਢ ਗਿਆ, ਕਿਤੇ ਵੱਟਾਂ ਬਣਾਈਆਂ ਹੁੰਦੀਆਂ ਸੀ ਜਿੱਥੇ ਪਾਣੀ ਜਾਂਦਾ ਘੇਰ ਪੈ ਗਏ ਤੇ ਉਹ ਚਲੀ ਗਈਆਂ। ਹਰ ਵਕਤ ਖੇਤਾਂ ਦੇ ਵਿੱਚ ਕੱਸੀਆਂ ਕਈਆਂ ਲੈ ਕੇ ਖੜੇ ਰਹੇ ਤੇ ਉਹ ਸਮਾਂ ਵੇਖਿਆ। ਉਸ ਤੋਂ ਬਾਅਦ ਹੌਲੀ ਹੌਲੀ ਚੀਜ਼ਾਂ ਠੀਕ ਹੁੰਦੀਆਂ ਰਹੀਆਂ, ਲੋਕਾਂ ਨੂੰ ਵੀ ਸੌਖ ਹੋ ਗਈ, ਕੰਮ ਵੀ ਠੀਕ ਹੋ ਗਿਆ, ਪੈਸੇ ਵੀ ਆਉਣੇ ਸ਼ੁਰੂ ਹੋ ਗਏ, ਉਹ ਸਾਰੀਆਂ ਚੀਜ਼ਾਂ ਆਈਆਂ। ਤੇ ਹੁਣ ਅਸੀਂ ਉਸ ਦੁਆਰਾ ਉਸ ਔਖੇ ਸਮੇਂ 'ਚੋਂ ਨਿਕਲੇ ਹਾਂ। ਮੈਨੂੰ ਇਸ ਗੱਲ ਦਾ ਮਾਣ ਹਾਸਲ ਵੀ ਹੈ ਕਿ ਜਦੋਂ ਅਸੀਂ ਸੋਚਣਾ ਸ਼ੁਰੂ ਕੀਤਾ, ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬੈਠ ਕੇ ਆਪਣੇ ਖੇਤੀਬਾੜੀ ਡਿਪਾਰਟਮੈਂਟ ਦੇ ਵਿੱਚ ਆਸੇ-ਪਾਸੇ ਡਾਕਟਰ ਜੀ.ਐਸ. ਕਾਲਕਟ ਨੂੰ ਅਸੀਂ ਯਾਦ ਕਰਦੇ ਹਾਂ, ਚੇਅਰਮੈਨ ਰਹੇ ਫਾਰਮਰਸ ਕਮਿਸ਼ਨ ਦੇ, ਵਰਲਡ ਬੈਂਕ 'ਚ ਰਹੇ, ਭਾਰਤ ਸਰਕਾਰ ਦੇ ਪ੍ਰਾਈਮ ਮਿਨਿਸਟਰ ਦੇ ਐਗਰੀਕਲਚਰ ਐਡਵਾਈਜ਼ਰ ਰਹੇ, ਪੰਜਾਬ ਦੇ ਸਟੇਟ ਫਾਰਮਰਸ ਕਮਿਸ਼ਨ ਦੇ ਚੇਅਰਮੈਨ ਰਹੇ। ਸੋ ਕਿੰਨੀਆਂ ਪੋਸਟਾਂ 'ਤੇ ਬਹੁਤ ਸਿਆਣਾ ਇਨਸਾਨ ਜਿਹੜਾ ਸੀ, ਉਹਨਾਂ ਨਾਲ ਜਦੋਂ ਗੱਲਬਾਤ ਸ਼ੁਰੂ ਕੀਤੀ ਕਿ ਜੀ ਇਹ ਪਾਣੀ ਤਾਂ ਗਿਆ, ਹੁਣ ਕਰਨਾ ਕੀ ਹੈ, ਸਾਲ 2006 ਦੀ ਗੱਲ, ਤਾਂ ਉਹਨਾਂ ਨੇ ਕਿਹਾ ਕਿ ਇਸ ਟੌਪਿਕ ਦੇ ਉੱਤੇ ਦੁਨੀਆ ਦੇ ਵਿੱਚ ਇੱਕ ਬੰਦਾ ਹੈ ਜਿਹੜਾ ਆਪਾਂ ਨੂੰ ਗਾਈਡ ਕਰ ਸਕਦਾ ਹੈ, ਜਿਹਨੂੰ ਪੁੱਛਿਆ ਜਾਣਾ ਬਣਦਾ ਕਿ ਅਸੀਂ ਕਰੀਏ ਕੀ। ਉਹ ਸੀ, ਜਦੋਂ ਪਤਾ ਲੱਗਿਆ, ਉਹ ਸੀ ਡਾਕਟਰ ਗੁਰਦੇਵ ਸਿੰਘ ਖੁਸ਼, ਜਿਹੜੇ ਕਿ ਮਨੀਲਾ ਜਿਹੜੀ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਹੈ ਉਹਦੇ ਡਾਇਰੈਕਟਰ ਰਹੇ ਨੇ। ਤੇ ਦੁਨੀਆ ਦੀਆਂ 8-9 ਯੂਨੀਵਰਸਿਟੀਆਂ ਦੇ ਵਿੱਚ ਡਾਕਟਰ ਖੁਸ਼ ਦੇ ਨਾਂ ਦੀਆਂ ਬਿਲਡਿੰਗਾਂ ਬਣੀਆਂ ਹੋਈਆਂ। ਈਰਾਨ ਦੇ ਵਿੱਚ ਜਾ ਕੇ ਦੇਖੋ, ਡਾਕਟਰ ਖੁਸ਼ ਬਿਲਡਿੰਗ। ਸੋ ਉਹਨਾਂ ਨੂੰ ਨੋਬਲ ਪ੍ਰਾਈਜ਼ ਤੋਂ ਬਿਨਾਂ ਬਾਕੀ ਸਾਰੇ ਵਰਲਡ ਫੂਡ ਪ੍ਰਾਈਜ਼ ਜੀ ਉਹ ਸਾਰੇ ਦੁਨੀਆ ਭਰ ਦੇ ਮਿਲੇ ਆ। ਮੈਨੂੰ ਇਹ ਵੀ ਮਾਣ ਹਾਸਲ ਹੈ ਕਿ ਜਿੰਨੇ ਉਹਨਾਂ ਨੂੰ ਪ੍ਰਾਈਜ਼ ਮਿਲੇ, ਉਹਨਾਂ ਦਾ ਜਿੰਨਾ ਪੈਸਾ ਆਇਆ, ਉਹਨਾਂ ਨੇ ਇੱਕ ਟਰਸਟ ਬਣਾ ਦਿੱਤਾ PNU ਦੇ ਵਿੱਚ, ਤੇ ਮੈਨੂੰ ਉਹਦੇ ਵਿੱਚ ਟਰਸਟੀ ਵੀ ਰੱਖਿਆ ਹੋਇਆ ਤੇ ਅਸੀਂ ਸਟੂਡੈਂਟਸ ਨੂੰ ਉਹਦਾ ਸਕਾਲਰਸ਼ਿਪ ਦਿੰਦੇ ਹਾਂ। ਤਾਂ ਉਹਨਾਂ ਨੇ ਕਿਹਾ ਕਿ ਉਹ ਬੰਦਾ ਹੈ, ਉਹ ਪੰਜਾਬ ਘੱਟ ਆਉਂਦੇ ਸੀ ਤਾਂ ਅਸੀਂ ਟਿਕਟ ਕਟਾਈ ਜਹਾਜ਼ ਦੀ, ਤੇ ਅਸੀਂ USA ਦੇ ਵਿੱਚ ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਜਿਹੜੀ ਉਹਦਾ ਡੇਵਿਸ ਕੈਂਪਸ, UC ਡੇਵਿਸ ਜਿਹਨੂੰ ਕਿਹਾ ਜਾਂਦਾ,
UC ਡੇਵਿਸ ਦੇ ਵਿੱਚ ਉਹ ਐਮਰੀਟਸ ਪ੍ਰੋਫੈਸਰ ਨੇ, ਉਹਨਾਂ ਨੂੰ ਆਨਰੇਰੀ ਰੱਖਿਆ ਹੋਇਆ ਉਸ ਯੂਨੀਵਰਸਿਟੀ ਨੇ ਵੀ ਤਾ ਉਮਰ ਜਦ ਤੱਕ ਤੁਸੀਂ ਇਸ ਦੁਨੀਆ ਤੋਂ ਰੁਖਸ਼ਤ ਨਹੀਂ ਹੋ ਜਾਂਦੇ ਤੁਸੀਂ ਸਾਡੇ ਪ੍ਰੋਫੈਸਰ ਹੋ। ਉਹਨਾਂ ਨੂੰ ਬਹੁਤ ਵੱਡਾ ਘਰ ਦਿੱਤਾ ਹੋਇਆ, ਉਹ ਤੇ ਉਹਦੀ ਵਾਈਫ ਉੱਥੇ ਰਹਿੰਦੇ ਨੇ ਤੇ ਅਸੀਂ ਜੀ ਜਹਾਜ਼ ਫੜ ਕੇ ਡਾਕਟਰ ਖੁਸ਼ ਕੋਲ ਪਹੁੰਚ ਗਏ ਕਿ ਡਾਕਟਰ ਸਾਹਿਬ ਪਾਣੀ ਤਾਂ ਗਿਆ ਪੰਜਾਬ ਦਾ, ਹੁਣ ਦੱਸੋ ਕਰੀਏ ਤਾਂ ਕੀ ਕਰੀਏ। ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਸਿੱਧੀ ਬਿਜਾਈ ਵਾਲਾ ਬਿਨਾਂ ਪਾਣੀ ਤੋਂ ਵੀ ਕਰ ਸਕਦੇ ਹੋ, ਪਰ ਉਹਦੀਆਂ ਕੰਡੀਸ਼ਨਾਂ ਨਹੀਂ ਕੁਛ। ਨੰਬਰ 1 ਕੰਡੀਸ਼ਨ ਇਹ ਹੈ ਕਿ ਤੁਹਾਡੀ ਸਾਰੀ ਦੀ ਸਾਰੀ ਧਰਤੀ ਪ੍ਰੋਪਰਲੀ ਲੈਵਲਡ ਚਾਹੀਦੀ, ਪ੍ਰੋਪਰਲੀ ਲੈਵਲ ਹੋਈ ਹੋਵੇ, ਕਿਉਂਕਿ ਨਹੀਂ ਤਾਂ ਪਾਣੀ ਖੜਨ ਨਾਲ ਇੱਕ ਦੂਜੇ ਥਾਂ ਤੇ ਖੜਨ ਨਾਲ ਤੁਹਾਡੇ ਕਿਤੇ ਲੀਨ ਹੋ ਜਾਣਗੇ, ਕਿਤੇ ਮਰ ਜਾਏਗਾ। ਦੂਜਾ ਉਹਨਾਂ ਨੇ ਦੱਸਿਆ ਕਿ ਤੁਹਾਡੇ ਕੋਲ ਉਸ ਤਰ੍ਹਾਂ ਦੇ ਐਗਰੋਕੈਮੀਕਲ ਚਾਹੀਦੇ ਨੇ, ਵੀਡੀਸਾਈਡ ਚਾਹੀਦੇ ਨੇ ਜਿਹੜੀਆਂ ਕਿ ਤੁਹਾਡੇ ਨਦੀਨਾਂ ਨੂੰ ਮਾਰ ਦੇਣ। ਸੋ ਜਿੰਨੀ ਦੇਰ ਤੱਕ ਤੁਸੀਂ ਇਹ ਦੋ ਕੰਮ ਨਹੀਂ ਕਰਦੇ ਉਨੀ ਦੇਰ ਤੱਕ ਤੁਹਾਡਾ ਸਿੱਧੀ ਬਿਜਾਈ ਵਾਲਾ ਮਸਲਾ ਨਹੀਂ ਹੁੰਦਾ। ਅਦਰਵਾਈਜ਼ ਸਿੱਧੀ ਬਿਜਾਈ ਪੋਸੀਬਲ ਹੈ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਹੁਣ ਦੱਸਿਆ ਕਿ ਉਹਨਾਂ ਨੇ ਕਿਹਾ ਵੀ ਸਿੱਧੀ ਬਿਜਾਈ ਦੇ ਵਿੱਚ ਜੇ ਤੁਹਾਨੂੰ ਕੋਈ ਮੁਸ਼ਕਿਲ ਆਏਗੀ ਤਾਂ ਤੁਹਾਨੂੰ ਲੋਹੇ ਦੀ ਘਾਟ ਦੀ ਮੁਸ਼ਕਿਲ ਆਏਗੀ। ਸੋ ਉਹਦੇ ਵਾਸਤੇ ਸਪਰੇਅ ਹੋ ਸਕਦੇ ਨੇ, ਤੁਸੀਂ ਦੁਨੀਆ ਭਰ ਦੇ ਸਪਰੇਅ ਕਰਦੇ ਪੋਸੀਬਲ। ਤੇ ਉਦੋਂ ਤੋਂ ਲਾ ਕੇ 2006 ਤੋਂ ਲਾ ਕੇ ਲਗਾਤਾਰ ਡਾਕਟਰ ਸਾਹਿਬ ਦੇ ਦੱਸੇ ਹੋਏ ਫਾਰਮੂਲੇ ਉਹਨਾਂ ਨੂੰ ਇੱਥੇ ਬਣਾਇਆ ਵੀ ਹੁਣ ਲਗਾਤਾਰ ਸਾਲ 2 ਸਾਲ ਇੱਕ ਵਾਰੀ ਆ ਵੀ ਜਾਂਦੇ ਨੇ ਉਹ। ਤਾਂ ਉਹ ਸਾਰਾ ਵਰਕਆਊਟ ਕੀਤਾ ਗਿਆ। ਕਿਸ ਤਰ੍ਹਾਂ ਅਸੀਂ ਲੇਜ਼ਰ ਲੈਵਲਰ ਦਾ ਲੱਭਿਆ ਵੀ ਲੇਜ਼ਰ ਲੈਵਲਰ ਹੁੰਦਾ ਕੀ ਹੈ, ਕਿੱਥੋਂ ਮਿਲਿਆ। ਪਹਿਲਾ ਲੇਜ਼ਰ ਲੈਵਲਰ ਅਸੀਂ ਇਟਲੀ ਤੋਂ ਇੰਪੋਰਟ ਕਰਕੇ ਲਿਆਂਦਾ, PAU ਨੂੰ ਦਿੱਤਾ ਵੀ ਇਹਦੇ ਤਜਰਬਾ ਕਰਕੇ ਦੇਖੋ। ਉਹਨਾਂ ਨੇ ਸੁਖਾਨੰਦ ਪਿੰਡ ਦੇ ਵਿੱਚ ਤਜਰਬਾ ਕਰਕੇ ਸਾਨੂੰ ਸਾਲ 1.5 ਸਾਲ ਤੋਂ ਬਾਅਦ ਦੱਸਿਆ ਕਿ ਠੀਕ ਹੈ। ਉਸ ਤੋਂ ਬਾਅਦ ਸਬਸਿਡੀ ਇੰਟਰੋਡਿਊਸ ਕੀਤੀ, ਕੋਆਪਰੇਟਿਵ ਸੋਸਾਇਟੀਆਂ ਨੂੰ ਦਿੱਤਾ ਤੇ ਅੱਜ ਪੰਜਾਬ ਦੇ ਵਿੱਚ ਮੇਰਾ ਖਿਆਲ 7-8 ਹਜ਼ਾਰ ਲੇਜ਼ਰ ਲੈਵਲ ਨੇ। ਪੰਜਾਬ ਦੀ ਸਾਰੀ ਜ਼ਮੀਨ ਲੇਜ਼ਰ ਲੈਵਲ ਹੋਈ ਹੋਈ ਹੈ। ਉਹੀ ਨਹੀਂ ਹੋਗੀ, ਉਹਦੇ ਪਿੱਛੇ ਇੱਕ ਥੌਟ ਪ੍ਰੋਸੈਸ ਚੱਲ ਕਿ ਕਿਸ ਤਰ੍ਹਾਂ ਇਹਨੂੰ ਸਾਰਾ ਕੁਝ ਨੂੰ ਕਰਨਾ। ਤੇ ਫਿਰ ਗੱਲ ਇਹ ਚੱਲੀ ਕਿ ਨਦੀਨ ਨਾਸ਼ਕਾਂ ਦਾ। ਸੋ ਬਾਰ-ਬਾਰ ਅਸੀਂ ਆਪਣੇ ਖੇਤਾਂ 'ਚ ਬੀਜਦੇ ਰਹੇ, ਆਪਣੇ ਭਰਾਵਾਂ ਤੋਂ ਗਾਲਾਂ ਵੀ ਖਾਂਦੇ ਰਹੇ ਇਸ ਗੱਲ ਦੇ ਉੱਤੇ ਵੀ ਤੂੰ ਕੀ ਤਜਰਬੇ ਕਰੀ ਜਾਂਦਾ, ਕਿਉਂਕਿ ਫੇਲ ਹੁੰਦੇ ਰਹੇ, ਕਿਉਂਕਿ ਨਦੀਨ ਬਹੁਤ ਹੋ ਜਾਂਦੇ ਸੀ। ਜਿੱਦਾਂ ਨਮੀਨੋ ਗੋਲਡ ਆਈ ਉਹਦੇ ਨਾਲ ਸਾਨੂੰ ਲੱਗਿਆ ਵੀ ਇਹ ਬਹੁਤ ਵਧੀਆ ਕਾਰਗਰ ਸਿੱਧ ਹੋ ਸਕਦੀ ਹੈ। ਹੁਣ ਕਰਕੇ ਦੇਖੀਏ ਫਿਰ ਹੋ ਗਿਆ ਵੀ ਨਹੀਂ ਇਹਦੇ ਨਾਲ ਵੀ ਗੱਲ ਨਹੀਂ ਬਣਨੀ, ਹੋਰ ਚੀਜ਼ਾਂ ਹੋਣ। ਪਰ ਫੋਰਚੂਨੇਟਲੀ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਸਾਡੇ ਕੋਲ ਉਹ ਸਾਰੇ ਹਾਲਾਤ, ਸਾਜ਼ਗਾਰ ਹਾਲਾਤ ਪੈਦਾ ਹੋ ਗਏ ਜਿਹਦੇ 'ਚ ਅਸੀਂ ਝੋਨੇ ਦੇ ਵਿੱਚ ਪਾਣੀ ਨੂੰ ਤਲਾਂਜਲੀ ਦੇ ਸਕਦੇ। ਸੋ ਮੈਂ ਇੱਕ ਵਾਰੀ ਇੰਟਰਵਿਊ 'ਚ ਇੱਕ ਲੇਖ ਲਿਖਿਆ ਸੀ ਕਿ ਰਾਈਸ ਹੈ ਜਿਹੜਾ ਝੋਨਾ ਵਿਲਨ ਨਹੀਂ ਹੈ, ਝੋਨੇ ਦੇ ਵਿੱਚ ਪਾਣੀ ਜਿਹੜਾ ਉਹ ਵਿਲਨ, ਉਹ ਤਰੀਕਾ ਵਿਲਨ। ਸੋ ਐਗਰੋਨੋਮਿਕ ਪ੍ਰੈਕਟਿਸ ਜਿਹੜੀ ਸਾਡੀ ਇਹਦੇ ਵਿੱਚ ਪੈਦਾ ਕਰਨ ਵਾਲੀ ਸੀ ਉਹਨੇ ਪੰਜਾਬ ਨੂੰ ਕਾਸੇ ਚੁੱਕੇ ਛੱਡਣਾ ਨਹੀਂ ਸੀ। ਹੁਣ ਵੀ ਜਿਵੇਂ ਬੀਬਾ ਜੀ ਦੱਸ ਕੇ ਗਏ ਆ, ਜਿਹੜੀ ਸਾਡੇ ਕੋਲ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਆਈ ਜਿਹਦੇ ਮੇਰੇ ਕੋਲ ਹੀ ਆਈ ਸੀ, ਮੈਂ ਸੈਕਟਰੀ ਮੈਂ ਰੌਲਾ ਬਹੁਤ ਪਾਇਆ, ਦੁਨੀਆ ਭਰ ਦੇ ਲੋਕਾਂ ਨੂੰ ਦੱਸਿਆ ਵੀ ਆਹ ਤਾਂ ਗਏ ਆਪਾਂ। ਉਸ ਤੋਂ ਬਾਅਦ ਸਾਰਾ ਕੁਝ ਹੋਇਆ, ਸਰਕਾਰ ਵੀ ਇੱਧਰਲੇ ਪਾਸੇ ਨੂੰ ਆਈ। 2020 ਦੇ ਵਿੱਚ ਜਦੋਂ ਇਹ ਵੱਡੇ ਲੈਵਲ ਤੇ ਬਿਜ਼ਨਸ ਸ਼ੁਰੂ ਕੀਤਾ, 5 ਲੱਖ ਹੈਕਟੇਅਰ ਹੋਇਆ ਏਰੀਆ। ਡਾਕਟਰ ਸਾਹਿਬ ਉਹਨਾਂ ਨੇ ਬਹੁਤ ਮਿਹਨਤ ਕੀਤੀ। ਸੋ ਉਹ ਸਾਰੀਆਂ ਚੀਜ਼ਾਂ ਸਾਡੀਆਂ ਹੋਈਆਂ ਨੇ। ਹੁਣ ਜਿਹੜੀ ਚੀਜ਼ ਦੀ ਲੋੜ ਹੈ, ਹੁਣ ਇਸ ਚੀਜ਼ ਦੀ ਲੋੜ ਹੈ ਕਿ ਹਰ ਇੱਕ ਜ਼ਿਮੀਂਦਾਰ ਜਿਹੜਾ ਹੈ ਉਹਦੇ ਇਸ ਤਜਰਬੇ ਚੋਂ ਇਸ ਕੰਮ ਕਰਦੇ ਹੋਏ ਉਹਦੀਆਂ ਉਹਨੂੰ ਔਕੜਾਂ ਮਹਿਸੂਸ ਹੋਣਗੀਆਂ ਜਿਹੜੀ ਕਿ ਉਹਦੇ ਖੇਤ ਨਾਲ ਸੰਬੰਧਿਤ ਨੇ, ਪੰਜਾਬ ਨਾਲ ਨਹੀਂ। ਆਪਣੇ ਮੈਨੂੰ 2 ਜ਼ਿਮੀਂਦਾਰ ਭਰਾ ਦੱਸ ਰਹੇ ਸੀ ਕਿ ਜੀ ਸਾਡੇ ਖੇਤਾਂ ਦੇ ਵਿੱਚ ਤਾਂ ਥੋੜ੍ਹੀ ਦੇਰ ਪਾਣੀ ਨਾਲ ਲਾਓ ਤੇ ਫਿਰ ਪਾੜ ਪੈ ਜਾਂਦਾ ਤੇ ਪਾਣੀ ਪੂਰਾ ਨਹੀਂ ਹੁੰਦਾ। ਸੋ ਕਿਸੇ ਖੇਤ ਦੇ ਵਿੱਚ ਜਿਸ ਤਰ੍ਹਾਂ ਨੇ ਦੱਸਿਆ ਕਿ ਡਲੀਆਂ ਬਣ ਜਾਂਦੀਆਂ, ਡਲੇ ਬਣ ਜਾਂਦੇ ਨੇ, ਉਹ ਨਹੀਂ ਟੁੱਟਦੇ। ਸੋ ਹਰ ਇੱਕ ਖੇਤ ਦੀ ਆਪਣੀ ਆਪਣੀ ਤਸੀਰ ਹੈ, ਉਸ ਤਸੀਰ ਦੇ ਮੁਤਾਬਕ ਹੈ। ਜਿਸ ਤਰ੍ਹਾਂ ਕੱਦੂ ਲੱਗਣਾ ਵੀ ਸ਼ੁਰੂ ਹੋਇਆ ਉਹ ਵੀ ਆਪਣੇ ਆਪਣੇ ਖੇਤ ਦੀ ਤਸੀਰ ਦੇ ਮੁਤਾਬਕ ਸੀ। ਸੋ ਇਹ ਵੀ ਕੰਮ ਆਪਣੇ ਆਪਣੇ ਖੇਤ ਦੀ ਤਸੀਰ ਮੁਤਾਬਕ ਹੋਣਾ। ਇਸੇ ਕਰਕੇ ਬੇਨਤੀ ਇਹ ਹੁੰਦੀ ਹੈ ਕਿ ਭਾਈ ਪਹਿਲਾਂ 2 ਕਿੱਲੇ ਲਾ ਲਓ, ਜਿਹੜਾ ਨੇ ਸ਼ੁਰੂ ਕਰਨਾ 1-2 ਕਿੱਲੇ ਲਾ ਲਓ, ਲਰਨ ਕਰ ਲਓ। ਪ੍ਰੋਸੈਸ ਹੈ ਐਗਰੀਕਲਚਰ ਜਿਹੜੀ ਹੈ ਉਹ ਐਗਰੀ ਪਲੱਸ ਕਲਚਰ ਹੈ। ਇਹ ਸਿਰਫ ਖੇਤੀਬਾੜੀ ਨਹੀਂ, ਇਹ ਇੱਕ ਸਾਡੇ ਸੱਭਿਆਚਾਰ ਤੇ ਸੱਭਿਅਤਾ ਵੀ ਹੈ। ਅਸੀਂ ਹੌਲੀ ਹੌਲੀ ਉਸ ਤਰ੍ਹਾਂ ਦੀ ਸੱਭਿਅਤਾ, ਉਸ ਤਰ੍ਹਾਂ ਦਾ ਸੱਭਿਆਚਾਰ ਸਿੱਖਦੇ ਹਾਂ ਖੇਤੀ ਦਾ। ਉਸੇ ਸੱਭਿਆਚਾਰ ਚੋਂ ਫਿਰ ਆਪਣੀ ਖੇਤੀ ਦਾ ਵਧੀਆ ਹੱਲ ਨਿਕਲਦਾ ਹੈ। ਸੋ ਇਹ ਸਿੱਧੀ ਬਿਜਾਈ ਵਾਲਾ ਜਿਹੜਾ ਹੈ ਇਹ ਸਾਡਾ ਚੱਲੇਗਾ। ਹੁਣ ਕਈ ਵਾਰੀ ਇਹ ਗੱਲ ਹੋ ਜਾਂਦੀ ਹੈ, ਇੱਥੇ ਵੀ ਗੱਲ ਚੱਲੀ ਕਿ ਪਹਿਲਾਂ ਕਿਉਂ ਨਹੀਂ ਕਰਦੇ। ਦੁਨੀਆ ਦੇ ਮੁਲਕਾਂ ਦੇ ਵਿੱਚ ਝੋਨਾ ਸਿਰਫ ਉੱਥੇ ਬੀਜਿਆ ਜਾਂਦਾ ਜਿੱਥੇ ਐਨੂਅਲ ਰੇਨਫਾਲ 1000 mm ਘੱਟੋ ਘੱਟ। ਹਿੰਦੁਸਤਾਨ ਦੇ ਵਿੱਚ ਵੀ ਉਹਨਾਂ ਸੂਬਿਆਂ 'ਚ ਬੀਜਿਆ ਜਾਂਦਾ ਜਿੱਥੇ 1000 mm ਰੇਨਫਾਲ ਹੈ। ਪੰਜਾਬ ਦੀ ਰੇਨਫਾਲ 500 550 ਹੈ, ਕੁਝ ਏਰੀਆ ਦੇ ਵਿੱਚ 600 ਹੁੰਦੀ ਹੈ, ਸਾਊਥ ਪੰਜਾਬ ਦੇ ਵਿੱਚ 300 ਹੀ ਰਹਿ ਜਾਂਦੀ ਹੈ। ਸੋ 300 ਰੇਨਫਾਲ ਦੇ ਵਿੱਚ ਜਦੋਂ ਤੁਸੀਂ ਝੋਨਾ ਬੀਜੋਗੇ ਤਾਂ ਧਰਤੀ ਦਾ ਪਾਣੀ ਖਤਮ ਹੋਣਾ ਹੀ ਹੋਣਾ। ਬੀਬੀ ਜੀ ਨੇ ਗੱਲ ਕੀਤੀ ਸੀ ਕਿ 1955 ਦੇ ਵਿੱਚ ਸਾਡੇ ਕੋਲ ਜਦੋਂ ਸੇਮ ਆਈ ਚੱਲੀ ਸੀ ਅੰਮ੍ਰਿਤਸਰ ਵਾਲੇ ਪਾਸੇ ਤੋਂ, ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਹੁੰਦੇ ਸੀ ਤੇ ਕਿੰਨੀਆਂ ਵੱਡੀਆਂ ਉਹਨਾਂ ਨੇ ਡਰੇਨਾਂ ਪੁੱਟੀਆਂ, ਉਦੋਂ ਉੱਥੋਂ ਚੱਲੀ। ਤੇ ਹੁਣ ਆਣ ਕੇ ਅਜੇ ਮਾਲਵੇ ਦੇ ਵਿੱਚੋਂ ਹੁਣ ਮੁਕਤਸਰ ਫਾਜ਼ਿਲਕਾ ਦੇ ਏਰੀਆ ਚੋਂ ਹੁਣ ਖਤਮ ਹੋਈ ਹੈ। ਉਹ ਵੀ ਜਦੋਂ ਰਾਜਸਥਾਨ ਫੀਡਰ ਤੇ ਸਰਹੰਦ ਫੀਡਰ ਸਾਡੀਆਂ 2 ਨਹਿਰਾਂ ਸੀਗੀਆਂ ਜਿਹੜੀਆਂ ਉਹ ਪੱਕੀਆਂ ਹੋਈਆਂ। ਤੇ ਹੁਣ ਤੁਸੀਂ ਦੇਖਿਓ ਉਹ 10 ਬਲਾਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵੀ ਉੱਥੇ ਪਾਣੀ ਠੀਕ ਹੈ, ਆਹ 2-3 ਸਾਲਾਂ ਬਾਅਦ ਦੇਖਿਓ ਉੱਥੇ ਪਾਣੀ ਦਾ ਹਾਲ ਦੇਖਿਓ।
ਸੋ ਇਹ ਸਾਰਾ ਕੁਝ ਦੇ ਸੰਦਰਭ ਦੇ ਵਿੱਚ ਜਿਹੜਾ ਹੈ ਅੱਜ ਸਾਨੂੰ ਲੋੜ ਹੈ ਕਿ ਇਸ ਤਕਨੀਕ ਨੂੰ ਅਸੀਂ ਕਾਮਯਾਬ ਕਰੀਏ ਤੇ ਲੋਕਾਂ ਦੇ ਵਿੱਚ ਰਹਿ ਕੇ ਕਾਮਯਾਬ ਕਰੀਏ। ਕੁਦਰਤ ਨੇ ਮੌਕਾ ਮੇਰੇ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਅੱਜ ਹਰ ਕੋਲ ਮੋਬਾਈਲ ਹੈ, ਹਰ ਕੋਲ ਸੋਸ਼ਲ ਮੀਡੀਆ ਹੈ। ਸੋ ਉਹਨਾਂ ਨਾਲ ਵੱਧ ਤੋਂ ਵੱਧ ਰਾਬਤਾ ਕਿਵੇਂ ਕਰਨਾ। ਡਾਕਟਰ ਸਾਹਿਬ ਨੇ ਉਹਨੇ ਕਿਹਾ ਕਿ ਕੱਲ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਐਗਰੀਕਲਚਰ ਡਿਪਾਰਟਮੈਂਟ ਦੇ ADO ਜਿਹੜੇ ਨੇ, ਐਗਰੀਕਲਚਰ ਅਫਸਰ ਨੇ ਜਿਹੜੇ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਉਹ 300-400 ਦੇ ਕਰੀਬ ਹੋਣਗੇ। ਪਰ ਮੈਂ ਦੱਸਣਾ ਇਹ ਚਾਹਾਂਗਾ ਕਿ ਕਿਸਾਨ ਕਿਸੇ ਵੀ ਸਮੱਸਿਆ ਦਾ, ਖਾਸ ਕਰਕੇ ਐਗਰੋਕੈਮੀਕਲ ਤੇ ਫਰਟੀਲਾਈਜ਼ਰ ਬਾਰੇ ਕੋਈ ਸਮੱਸਿਆ ਹੋਵੇ ਤਾਂ ਉਹਦਾ ਸਭ ਤੋਂ ਪਹਿਲਾ ਪੁਆਇੰਟ ਪਤਾ ਕੀ ਹੁੰਦਾ? ਡੀਲਰ। ਸਭ ਤੋਂ ਪਹਿਲੇ ਡੀਲਰ ਕੋਲ ਜਾਂਦਾ। ਸੋ ਡੀਲਰ ਨੇ ਜੋ ਸੋਚਿਆ, ਜੋ ਉਹਨੂੰ ਠੀਕ ਲੱਗਦਾ, ਉਹਨੂੰ ਦਵਾਈ ਦੇ ਦੇਣੀ ਹੈ। ਸੋ ਮੇਰੀ ਬੇਨਤੀ ਹੈ, PAU ਨੂੰ ਮੈਂ ਰਿਕੁਐਸਟ ਕਰਾਂਗਾ ਕਿ ਪੰਜਾਬ ਦੇ ਵਿੱਚ ਜਿੰਨੇ 4-5 ਹਜ਼ਾਰ ਡੀਲਰ ਹੈਗੇ ਨੇ, ਉਹਨਾਂ ਸਾਰਿਆਂ ਦੀ ਟ੍ਰੇਨਿੰਗ, ਉਹਨਾਂ ਸਾਰਿਆਂ ਨੂੰ ਗਾਈਡ ਕਰੋ। ਕਿਉਂਕਿ ਕਿਸਾਨ ਨਾਲ ਰਾਬਤਾ ਉਸ ਡੀਲਰ, ਜਿਵੇਂ ਜਿਸ ਤਰ੍ਹਾਂ ਤੁਸੀਂ ਇੱਥੇ ਬੈਠ ਕੇ 2 ਘੰਟੇ ਉਹਨੂੰ ਲਾ ਕੇ ਆਪਣਾ ਆਡੀਓ ਵਿਜ਼ੂਅਲ ਸਿਸਟਮ ਲਾ ਕੇ ਸਮਝਾਓ ਕਿ ਖੇਤੀਬਾੜੀ ਦੇ ਵਿੱਚ ਆਹ ਚੇਂਜ ਕਿਵੇਂ ਲਿਆਉਣੀ। ਕਿਉਂਕਿ ਜੇ ਖੇਤੀਬਾੜੀ ਕੀਤੀ ਹੈ ਤਾਂ ਹੀ ਉਹ ਡੀਲਰ ਦਿੰਦੇ। ਜੇ ਖੇਤੀਬਾੜੀ 5-7 ਸਾਲਾਂ ਤੋਂ ਬਾਅਦ ਪਾਣੀ ਨਾ ਹੋਣ ਕਰਕੇ ਨੁਕਸਾਨ ਹੋ ਗਿਆ ਤਾਂ ਉਹਨਾਂ ਦਾ ਵੀ ਨੁਕਸਾਨ। ਸੋ ਉਹ ਸਿੰਬਿਓਟਿਕ ਰਿਲੇਸ਼ਨ ਹੈ ਸਾਡਾ ਉਹਨਾਂ ਨਾਲ। ਉਹਨਾਂ ਨੂੰ ਨਾਲ ਲੈ ਕੇ ਆਪਾਂ ਇਹ ਸਾਰੇ ਕੁਝ ਦੇ ਬਾਰੇ ਦੱਸੀਏ। ਤੇ ਸੁਲਤਾਨਪੁਰ ਲੋਧੀ ਜਿਸ ਤਰ੍ਹਾਂ ਬਾਬਾ ਜੀ ਹੈ, ਇੱਥੇ ਬੁਲਾ ਕੇ ਸਾਰੇ ਡੀਲਰ ਜਿਹੜੇ ਸੁਲਤਾਨਪੁਰ ਲੋਧੀ ਦੇ ADO ਜਾਂ ਐਗਰੀਕਲਚਰ ਅਫਸਰ ਇੱਥੇ ਹੋਣੇ ਆ ਬੈਠੇ ਸਾਡੇ, ਉਹਨਾਂ ਨੂੰ ਇੱਥੇ ਬੁਲਾ ਕੇ ਟ੍ਰੇਨਿੰਗ। ਅੱਛਾ, ਉਹ ਤੁਹਾਨੂੰ ਸਮੱਸਿਆਵਾਂ ਹੋ ਸਕਦਾ ਜ਼ਿਮੀਂਦਾਰਾਂ ਨੂੰ ਬਾਅਦ ਦੱਸ ਦੇਣ, ਕਿਉਂਕਿ ਜ਼ਿਮੀਂਦਾਰ ਤਾਂ ਆਪਣੇ ਕੋਲ ਘੱਟ ਆਉਂਦੇ ਨੇ, ਉਹਨਾਂ ਕੋਲ ਜ਼ਿਆਦਾ ਆਉਂਦੇ ਨੇ। ਇਕੱਲੇ ਕੋਲ ਦਿਨ ਦੇ ਵਿੱਚ 40-50, 10-20 ਜ਼ਿਮੀਂਦਾਰ ਆ ਜਾਂਦੇ ਨੇ ਤੇ ਆਪਣੀ ਆਪਣੀ ਸਮੱਸਿਆ ਦੱਸਦੇ ਨੇ। ਚੇਂਜ ਜਿਹੜੀ ਹੈ, ਕੋਈ ਵੀ ਚੇਂਜ ਹੈ, ਬਦਲਾਵ ਹੈ ਜਿਹੜਾ, ਉਹ ਹਮੇਸ਼ਾ ਬਹੁਤ ਔਖਾ। ਬਦਲਾਅ ਸੌਖਾ ਨਹੀਂ ਹੁੰਦਾ, ਕਿਉਂਕਿ ਇੱਕ ਚੀਜ਼ ਚੋਂ ਚੱਲਦੇ ਚੱਲਦੇ ਦੂਜੇ ਪਾਸੇ ਆਉਣਾ ਤਾਂ ਉਹਦੀ ਸਮੱਸਿਆ ਹੁੰਦੀ ਹੈ। ਦੂਜਾ, ਜਿਹੜੀਆਂ ਕੁਝ ਚੇਂਜਿਸ ਪਿਛਲੇ 30-40 ਸਾਲ 'ਚ ਪੰਜਾਬ ਦੇ ਸਮਾਜ 'ਚ, ਪੰਜਾਬ ਦੀ ਖੇਤੀਬਾੜੀ 'ਚ ਆਈਆਂ ਨੇ, ਉਹਨਾਂ ਦੇ ਬਾਰੇ ਵੀ ਵਿਚਾਰਨ ਤੋਂ ਬਿਨਾਂ ਸਾਡਾ ਗੱਲ ਨਹੀਂ ਬਣਦੀ ਕਿ ਇੰਪਲੀਮੈਂਟ ਕਿਵੇਂ ਕਰਨਾ। ਕੋਈ ਜ਼ਮਾਨਾ ਸੀ ਕਿ ਪੰਜਾਬ ਦਾ ਹਰ ਜ਼ਿਮੀਂਦਾਰ ਆਪ ਖੇਤੀ ਕਰਦਾ ਸੀ। ਅੱਜ ਪੰਜਾਬ ਦੇ ਵਿੱਚ 40% ਜ਼ਮੀਨ ਜਿਹੜੀ ਹੈ ਉਹ ਠੇਕੇ 'ਤੇ। ਕੋਈ ਜ਼ਮਾਨਾ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਆਪਰੇਸ਼ਨ ਹੋਲਡਿੰਗ ਹੈ, ਆਪਾਂ ਕਹੀਏ ਕਿੰਨੇ ਵਹਾਈ ਦਾ ਕਿੱਲਾ ਇੱਕ ਬੰਦਾ ਕਰਦਾ, ਉਹ 3-4, 5, 7, 10 ਏਕੜ ਸੀ। ਅੱਜ ਸਾਡੇ ਕੋਲ 2-2 ਹਜ਼ਾਰ ਕਿੱਲੇ ਦੀ ਵਾਹੀ ਕਰਨ ਵਾਲੇ ਜ਼ਿਮੀਂਦਾਰ ਵੀ ਹੈਗੇ ਕਿ ਨਹੀਂ ਹੈਗੇ? ਸੋ ਜੇ 2-2 ਹਜ਼ਾਰ ਜਾਂ 500 ਜਾਂ 100 ਤੁਹਾਡੇ ਆਪਣੇ ਇਸ ਏਰੀਏ ਦੇ ਵਿੱਚ, ਤਾਂ ਆਲੂ ਬੀਜਣ ਵਾਲਾ ਮੇਰੇ ਖਿਆਲ 200 ਕਿੱਲੇ ਆਲੂ ਬੀਜਣ ਵਾਲੇ ਬੰਦੇ ਨੇ। ਸੋ ਉਹ ਕਿਸੇ ਨਾ ਕਿਸੇ ਜ਼ਮੀਨ ਲੈ ਕੇ ਬੀਜਦੇ ਨੇ ਨਾ। ਅਦਰਵਾਈਜ਼ ਤਾਂ ਸਾਡੇ ਕੋਲ ਜਿਹੜੀ ਲੈਂਡ ਸੀਲਿੰਗ ਐਕਟ ਦੇ ਉੱਤੇ 17.5 ਏਕੜ ਜਾਂ 20 ਏਕੜ 19 ਏਕੜ ਜ਼ਮੀਨ ਹੋ ਜਾਂਦੀ ਹੈ। ਸੋ ਬਹੁਤ ਦੁਨੀਆ ਜਿਹੜੀ ਬਾਹਰ ਚਲੀ ਗਈ ਹੈ, ਉਹਨਾਂ ਦੇ ਥਾਂ ਤੇ ਜਿਹੜੇ ਵਾਹੀ ਕਰਦੇ ਨੇ। ਕਈ ਵਾਰੀ ਗੱਲ ਚੱਲਦੀ ਹੈ ਕਿ ਅੱਗ ਕੌਣ ਲਾਉਂਦੇ ਨੇ ਖੇਤਾਂ। ਹੁਣ ਕਣਕਾਂ ਨੂੰ ਅੱਗ ਲੱਗੀਆਂ ਨੇ, ਬਾਅਦ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣੀ ਹੈ। ਉਹਨਾਂ ਦਾ ਮੈਂ ਇੱਕ ਵਾਰੀ ਸੋਸ਼ੀਓ ਕਲਚਰਲ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਕੌਣ ਬੰਦੇ ਨੇ ਜਿਹੜੇ ਅੱਗ ਲਾ ਰਹੇ ਨੇ। ਉਹਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਉਹਦੇ 'ਚ ਮੈਜੋਰਿਟੀ ਉਹਨਾਂ ਲੋਕਾਂ ਦੀ ਹੈ ਜਿਹੜੇ ਠੇਕੇ ਤੇ ਜ਼ਮੀਨ ਲੈ ਕੇ ਅੱਗ ਲਾਉਂਦੇ। ਕਿਉਂ? ਉਹਨੇ ਠੇਕਾ 40,000, 45,000, 60,000, 65,000 ਆਪਣੇ ਆਪਣੇ ਇਲਾਕੇ ਦਾ ਉਹਦਾ ਮਾਲਕ ਨੂੰ ਦੇਣਾ। ਉਸ ਤੋਂ ਬਾਅਦ ਫਿਰ ਉਹਨੇ ਸੇਵਿੰਗ ਕਰਨੀ। ਕੋਈ ਵੀ ਇੰਡਸਟਰੀ ਵਾਲਾ, ਹਰ ਇੱਕ ਬੰਦਾ ਆਪਣੀ ਕੋਸਟ ਨੂੰ, ਆਪਣੀ ਇਨਪੁਟ ਦੀ ਸੇਵਿੰਗ ਕਰਦਾ। ਉਹ ਸੇਵਿੰਗ ਦੇ ਵਿੱਚੋਂ ਜਿਹੜੀ ਉਹਨੇ ਸੇਵ ਕਰਨੀ ਹੈ, ਆਪਣਾ ਖਰਚਾ ਘਟਾਉਣਾ ਹੈ, ਉਸ ਖਰਚੇ ਘਟਾਏ 'ਚ ਅੱਗਾ ਲੱਗਦੀ। ਸੋ ਉਹਨਾਂ ਨੂੰ ਕਿਵੇਂ ਦੇਖਣਾ, ਉਹਨਾਂ ਨੂੰ ਕਿਵੇਂ ਵਿਚਾਰਨਾ ਕਿ ਜੇ ਅੱਗਾ ਲਾਉਣੋਂ ਰੁਕਣਾ ਹੈ ਤਾਂ ਸਾਨੂੰ ਇਹਨਾਂ ਠੇਕੇ ਤੇ ਜ਼ਮੀਨ ਲੈ ਕੇ ਵਾਹੁਣ ਵਾਲਿਆਂ ਨਾਲੋਂ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਨਾਲ ਗੱਲ ਕਰਨੀ ਕਿ ਜਾਂ ਤਾਂ ਠੇਕਾ ਘੱਟ ਲੈ ਲਓ ਤੇ ਜਾਂ ਫਿਰ ਜਿਹੜੇ ਤੁਸੀਂ ਫ੍ਰੀ ਬਿਜਲੀ ਲੈ ਕੇ ਆਪਣਾ ਸਾਰਾ ਕੰਮ ਕਰੀ ਜਾਣਾ, ਉਹਦੇ ਤੇ ਕੁਝ ਲਵਾ ਲਓ। ਜਦੋਂ ਜ਼ਮੀਨ ਖੇਤੀ ਨਹੀਂ ਕਰਦੇ ਤੁਸੀਂ, ਜਾਂ ਕੋਈ ਨਾ ਕੋਈ ਸਿਸਟਮ ਸਾਨੂੰ ਇਸ ਤਰ੍ਹਾਂ ਕਰਨਾ ਪਏਗਾ ਤਾਂ ਕਿ ਉਸ ਬੰਦੇ ਤੱਕ ਪਹੁੰਚੀਏ ਜਿਹੜੇ ਦੇ ਖੇਤ ਦੇ ਵਿੱਚ ਅੱਗ ਲੱਗੀ, ਨਾ ਕਿ ਜਿਹੜੇ ਨੇ ਲਾਈ। ਲਾਉਣ ਵਾਲਾ ਬੰਦਾ ਹੋ ਰਿਹਾ, ਖੇਤ ਕਿਸੇ ਦਾ ਹੋ ਰਿਹਾ। ਸੋ ਇਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਵਿਚਾਰਦੇ ਹੋਏ ਸਾਨੂੰ ਇਹ ਦੇਖਣਾ ਪਏਗਾ ਕਿ ਅਸੀਂ ਜਾਣਾ ਕਿੱਧਰ ਨੂੰ। ਜਿਹੜੀਆਂ ਸਮੱਸਿਆਵਾਂ ਚੋਂ ਪੰਜਾਬ ਜੂਝ ਰਿਹਾ ਹੈ, ਚਾਹੇ ਉਹ ਸਾਡੇ ਬੱਚੇ ਬਾਹਰ ਜਾਣ ਦੀ ਸਮੱਸਿਆ ਹੋਵੇ, ਸਾਡੀ ਜਨਰੇਸ਼ਨ ਕੀ ਆ, ਜੇ 2 ਲੱਖ 3 ਲੱਖ ਬੱਚਾ ਬਾਹਰ ਜਾ ਰਿਹਾ ਆ ਤਾਂ ਅਸੀਂ ਆਉਣ ਵਾਲੇ 10 ਸਾਲਾਂ ਤੋਂ ਬਾਅਦ ਇੱਥੇ ਹੋਣਾ ਕਿਹਨੇ ਹੈ? ਉਸ ਗੱਲ ਬਾਰੇ ਵਿਚਾਰੋ। ਸਾਡਾ ਜਿਹੜਾ ਗਰੋਥ ਰੇਟ ਹੈ, ਸਾਡਾ ਜਿਹੜਾ ਬੱਚੇ ਜੰਮਣ ਦੀ ਦਰ ਹੈ, ਉਹ ਨੈਗੇਟਿਵ ਹੋ ਗਈ ਹੈ। ਪੰਜਾਬ ਦੀ ਜਿਹੜੀ ਲੇਟੈਸਟ ਰਿਪੋਰਟ ਆਈ ਹੈ, ਦੈਟ ਮੀਨ ਉਹ ਕਹਿੰਦੇ ਨੇ ਕਿ ਜੇ 1% 1000 ਪਿੱਛੇ 10 ਬੱਚੇ ਕਿਸੇ ਸਟੇਟ ਦੇ ਵਿੱਚ ਜੰਮਦੇ ਨੇ ਤਾਂ ਉਹ ਰਿਪਲੇਸਮੈਂਟ ਦੇ ਲੈਵਲ ਤੇ ਹੁੰਦਾ। ਸਾਡੇ ਉਹ 10 ਦੀ ਬਜਾਏ ਤੇ 8 ਰਹਿ ਗਏ 1000 ਦੇ ਵਿੱਚ। ਸੋ ਸਾਡੀ ਤਾਂ ਅਦਰਵਾਈਜ਼ ਹੀ ਪਾਪੂਲੇਸ਼ਨ ਘਟ ਰਹੀ ਹੈ। ਜਿਹੜੀ ਪਾਪੂਲੇਸ਼ਨ ਹੈਗੀ ਵੀ ਹੈ ਉਹ ਬਾਹਰ ਨੂੰ ਜਾ ਰਹੀ ਹੈ, ਤੇ ਜਿਹੜੀ ਬਾਹਰ ਨੂੰ ਨਹੀਂ ਜਾ ਰਹੀ
ਉਹਦਾ ਅਸੀਂ ਕੀ ਕਰ ਦਿੱਤਾ, ਇਹਦੇ ਬਾਰੇ ਵੀ ਵਿਚਾਰਨਾ ਪਏਗਾ। ਖੇਤੀਬਾੜੀ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਕਾਫੀ ਲੋਕ ਬੈਠੇ ਆ। 2 ਜਾਂ 3 ਕਾਲਜ ਹੁੰਦੇ ਸੀ, ਪੂਰੇ ਪ੍ਰੋਫੈਸਰ, ਪੂਰੇ ਕਾਲਜਾਂ ਦੇ ਵਿੱਚ ਖੇਤ 3-3000 2-2000 500 ਏਕੜ ਦੀ ਜ਼ਮੀਨ, ਜਿੱਥੇ ਤਜਰਬੇ ਹੁੰਦੇ ਸੀ, ਜਿੱਥੇ ਸਟੂਡੈਂਟ ਸਿੱਖਦੇ ਸੀ, ਜਿੱਥੇ ਤੇ ਹੁਣ ਮੇਰਾ ਖਿਆਲ 150 ਕਾਲਜ ਖੁੱਲ੍ਹ ਗਏ। ਨਾ ਉਹਨਾਂ ਕੋਲੇ ਕੋਈ ਖੇਤ, ਨਾ ਉਹਨਾਂ ਕੋਲ ਕੋਈ ਲੈਬ, ਨਾ ਉਹਨਾਂ ਕੋਲ ਕੋਈ ਟੀਚਰ, ਨਾ ਉਹਨਾਂ ਕੋਲ ਗੱਲ ਨਾ ਬਾਤ। ਤੇ ਉੱਥੋਂ ਜਿਹੜੇ ਖੇਤੀਬਾੜੀ ਦੀ BSc ਕਰਕੇ ਨਿਕਲਣਗੇ, ਉਹ ਫਿਰ ਕੀ ਹੋਏਗਾ, ਜਿਵੇਂ ਪੰਜਾਬੀ 'ਚ ਕਹਾਵਤ ਆ ਵੀ ਪਾਗੇ ਦਾ ਪੜਾਇਆ ਭਦੂਕੜਾ ਤੇ ਭਦੂਕੜੇ ਦਾ ਪੜਾਇਆ ਔਲ ਮੌਲ। ਸੋ ਜੇ ਔਲ ਮੌਲ ਹੋਣੇ ਆ ਤਾਂ ਇਸ ਨਾਲ ਤਾਂ ਬੱਚੇ ਫਿਰ ਇਹ ਸਮਝਦੇ ਨੇ ਵੀ ਜੇ ਔਲ ਮੌਲ ਇੱਥੇ ਹੋਣਾ ਤਾਂ ਕਿਤੇ ਹੋਰ ਜਾ ਕੇ ਘੱਟੋ ਘੱਟ ਭਦੂਕੜਾ ਤਾਂ ਬਣ ਜਾਈਏ, ਇੱਕ ਸਟੇਜ ਉੱਪਰ ਵਾਲੀ ਤਾਂ ਹੋਵੇ। ਸੋ ਉਸੇ ਤਰੀਕੇ ਨਾਲ ਇਹ ਇਕੱਲੀ ਇਹਦੀ ਗੱਲ ਨਹੀਂ, ਇੰਜੀਨੀਅਰਿੰਗ ਦੇ ਵੀ ਦੇਖ ਲਓ, ਸਾਡੇ ਅਨਰੈਗੂਲੇਟਿਡ ਹਾਇਰ ਐਜੂਕੇਸ਼ਨ ਜਿਹੜੀ ਹੈ ਪ੍ਰਾਈਵੇਟਾਈਜ਼ ਜਦੋਂ ਹੋਈ, ਤੁਸੀਂ ਦੇਖਿਆ ਹੋਣਾ 2005 ਤੋਂ ਸਾਡਾ ਪ੍ਰਾਈਵੇਟ ਸਭ ਤੋਂ ਪਹਿਲੀ ਯੂਨੀਵਰਸਿਟੀ ਲਵਲੀ ਯੂਨੀਵਰਸਿਟੀ 2005 ਦੇ ਵਿੱਚ ਐਕਟ ਪਾਸ ਹੋਇਆ ਸਾਡੀ ਅਸੈਂਬਲੀ 'ਚ ਇੱਕ ਪ੍ਰਾਈਵੇਟ ਯੂਨੀਵਰਸਿਟੀ ਬਣਾਉਣ ਦਾ। ਉਦੋਂ ਵੀ ਬੜੀ ਡਿਸਕਸ਼ਨ ਹੋਈ, ਕੁਝ ਲੋਕਾਂ ਨੇ ਕੁਐਸਚਨ ਕੀਤਾ ਕਿ ਪ੍ਰਾਈਵੇਟ ਯੂਨੀਵਰਸਿਟੀ ਬਣਾ ਤਾਂ ਦਿੱਤੀ, ਇਹਨੂੰ ਰੈਗੂਲੇਟ ਕੌਣ ਕਰੇਗਾ, ਸਮਾਜ ਵੱਲੋਂ ਹੂ ਵਿਲ ਲੁੱਕ ਆਫਟਰ ਇਟ। ਉਹ ਕਹਿੰਦੇ ਆਪਣੇ ਆਪ ਦੇਖੇਗੀ, ਆਪਣੇ ਆਪ ਸਰਵ ਕਰੇਗੀ। ਉਸ ਤੋਂ ਬਾਅਦ ਅੱਜ ਤੱਕ ਕਿੰਨੀਆਂ ਯੂਨੀਵਰਸਿਟੀਆਂ ਬਣ ਗਈਆਂ, ਕਿੰਨੇ ਕਾਲਜ ਬਣ ਗਏ, ਕਿੰਨਾ ਕੀ ਕੁਝ ਬਣ ਗਿਆ, ਰੈਗੂਲੇਸ਼ਨ ਉਹਨਾਂ ਦੀ ਲਗਭਗ ਹੀ। ਤੇ ਮਾਫੀਆ ਐਡਾ ਵੱਡਾ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਨੌਕਰੀ ਕਰਦੇ ਹੋਏ ਬੜੇ ਲੋਕਾਂ ਨਾਲ ਬਹੁਤ ਪੰਗੇ ਲਏ ਹੈ, ਪਰ ਮੇਰੇ ਨਾਲ ਮੇਰਾ ਸਭ ਤੋਂ ਮਤਲਬ ਜਿਵੇਂ ਬੈਕ ਕਰਦੇ ਨੇ ਨਾ, ਜਿਵੇਂ ਤੁਹਾਨੂੰ ਦੁਬਾਰਾ ਵੀ ਤੂੰ ਪੰਗਾ ਲਿਆ, ਕਿਵੇਂ ਤੁਹਾਡੇ ਨਾਲ ਪੰਗਾ ਅਗਲਾ ਲੈਂਦਾ, ਉਹ ਉਦੋਂ ਹੋਇਆ ਜਦੋਂ ਮੈਂ ਐਜੂਕੇਸ਼ਨ ਮਾਫੀਆ ਨਾਲ ਲੱਗਾ। ਕਿਉਂਕਿ ਇਹ ਐਡਾ ਵੈਲ ਇੰਟਰਸਟ ਹੈ, ਕਿਉਂਕਿ ਮੈਂ ਇਹ ਸਮਝਦਾ ਕਿ ਬਾਕੀ ਮਾਫੀਆ ਰੇਤਾ ਚੁੱਕਿਆ ਗਿਆ, ਦੁਬਾਰਾ ਅਗਲੇ ਸਾਲ ਫਿਰ ਪਾਣੀ ਆ ਜਾਣਾ, ਸਾਡੇ ਦਰਿਆਵਾਂ ਨੇ ਬਥੇਰਾ ਰੇਤਾ ਫੁੱਟ ਲਿਆ, ਹੋਰ ਕੋਈ ਚੀਜ਼ ਦੁਬਾਰਾ ਆ ਜਾਣੀ ਹੈ। ਪਰ ਜਿਹੜਾ ਨੁਕਸਾਨ ਸਾਡੇ ਨੌਜਵਾਨੀ ਦਾ ਇਸ ਮਾੜੀ ਐਜੂਕੇਸ਼ਨ ਨੇ ਕਰ ਦੇਣਾ, ਇਸ ਪੂਰ ਕੁਆਲਿਟੀ ਐਜੂਕੇਸ਼ਨ ਨੇ ਕਰ ਦੇਣਾ, ਉਹ ਮੁੜਨਾ ਨਹੀਂ ਹੈ। ਤੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਹੋਈਆਂ ਨੇ, ਉਹ ਮੈਨੂੰ ਨਹੀਂ ਪਤਾ ਕਿਸੇ ਛੜਯੰਤਰ ਤਹਿਤ ਸਾਰਾ ਕੁਝ ਹੋਇਆ ਜਾਂ ਆਪਣੇ ਆਪ ਹੀ ਹੋ ਗਿਆ ਕਿ ਇੱਕ ਪਾਸੇ ਨਸ਼ਿਆਂ ਤੇ ਲੱਗ ਜਾਣ, ਇੱਕ ਪਾਸੇ ਬੱਚਿਆਂ ਦੀ ਕੁਆਲਿਟੀ ਆਫ ਐਜੂਕੇਸ਼ਨ ਇੰਨੀ ਪੂਰ ਕਰ ਦਿਓ ਕਿ ਸਾਡਾ ਪੜ੍ਹਿਆ ਹੋਇਆ ਨੌਜਵਾਨ ਸਿਰਫ ਬਾਹਰਲੇ ਮੁਲਕਾਂ 'ਚ ਜਾ ਕੇ ਜਾਂ ਟੈਕਸੀ ਡਰਾਈਵਰ ਬਣ ਜਾਏ ਜਾਂ ਟਰੱਕ ਡਰਾਈਵਰ। 100 ਦੇ ਬੱਚੇ ਜਾਂਦੇ ਨੇ, ਉਹ ਸਾਰੇ ਉੱਥੋਂ ਦੀਆਂ ਨਰਸਾਂ ਨੇ, ਉੱਥੋਂ ਦੇ ਇੰਜੀਨੀਅਰ ਨੇ, ਹੋਰ ਨੇ, ਇੱਕ ਬਹੁਤ ਵਧੀਆ ਤਰੀਕੇ ਨਾਲ ਉਸ ਵਾਸਤੇ ਤਿਆਰ ਹੋ ਕੇ ਜਾਂਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜੇ ਵਿਚਾਰਨੀਆਂ ਨੇ, ਅਸੀਂ ਆਪਣੀ ਖੇਤੀ ਵੀ ਬਚਾਈਏ, ਅਸੀਂ ਆਪਣੀ ਨੌਜਵਾਨੀ ਬਚਾਈਏ, ਅਸੀਂ ਆ ਨਸ਼ਿਆਂ ਵਾਲਾ ਐਡਾ ਵੱਡਾ ਜਿਹੜਾ ਕੰਮ ਚੱਲਿਆ ਹੋਇਆ, ਸਰਕਾਰਾਂ ਵੀ ਧਿਆਨ ਦੇ ਰਹੀਆਂ ਨੇ, ਕਿਸ ਤਰ੍ਹਾਂ ਕਿੰਨੇ ਤੱਕ ਦਿੰਦੀਆਂ ਨੇ, ਲੋਕ ਵੀ ਉਤਸ਼ਾਹਤ ਹੋਏ ਨੇ ਹੁਣ, ਤੇ ਉਧਰਲੇ ਪਾਸੇ ਨੂੰ ਗੱਲ ਚੱਲੀ ਹੈ। ਤਾਂ ਸਾਨੂੰ ਸਾਰਿਆਂ ਨੂੰ ਇੱਧਰਲੇ ਪਾਸੇ ਵਿਚਾਰ ਕਰਨਾ ਚਾਹੀਦਾ। ਤੁਸੀਂ ਦੇਖਿਆ ਹੋਏਗਾ ਕਿ ਆਪਾਂ ਤਾਂ ਇਹ ਤਾਂ ਬਹੁਤ ਵੱਡੀ ਸਮੱਸਿਆ ਸਾਡੇ ਸਾਹਮਣੇ, ਜਿਹੜਾ ਪਾਣੀ ਦਾ ਜਾਣਾ ਹੈ, ਜੰਗਲਾਂ ਦਾ ਕੱਟਣਾ ਹੈ, ਦਰਿਆਵਾਂ ਦਾ ਪਲੀਤ ਹੋਣਾ ਹੈ। ਬੁੱਢੇ ਦਰਿਆ ਦਾ ਕੀ ਹਾਲਤ ਹੋਇਆ ਬਾਬਾ ਜੀ ਜਾ ਕੇ ਕਿੰਨੀ ਵਾਰੀ, ਆ ਕਾਲੀ ਬੇਈ ਦਾ ਕੀ ਹਾਲਤ ਹੋਇਆ, ਜਾਂ ਚਿੱਟੀ ਬੇਈ ਦਾ ਕੀ ਹਾਲਤ ਹੈ, ਤੁੰਗਟਾਵ ਡਰੇਨ ਦਾ ਕੀ ਹਾਲਤ ਹੈ, ਸਪਾਲ ਡਰੇਨ ਦਾ ਕੀ ਹਾਲਤ ਹੈ। ਤੁਸੀਂ ਜਿੰਨੀਆਂ ਪੰਜਾਬ ਦੀਆਂ ਡਰੇਨਸ ਨੇ ਉਹਨਾਂ ਦੀ ਹਾਲਤ ਕੀ ਹੋਈ ਪਈ ਹੈ, ਤੇ ਉਹ ਡਰੇਨਾਂ ਸਾਰੀਆਂ ਜਾ ਕੇ ਦਰਿਆਵਾਂ 'ਚ ਮਿਲਦੀਆਂ ਨੇ। ਤਾਂ ਦਰਿਆਵਾਂ ਦਾ ਅੱਗੇ ਕੀ ਹਾਲਤ ਹੋ ਗਿਆ। ਆ ਸਾਡੇ ਚੰਦਵਾਜਾ ਸਾਹਿਬ ਸਾਡੇ ਹੈਗੇ ਨੇ, ਉਹ ਵਿਚਾਰੇ ਲਗਾਤਾਰ ਉੱਥੇ ਕੰਮ ਕਰ ਰਹੇ ਨੇ ਕਿ ਕਿੰਨੀਆਂ ਕੈਂਸਰ, ਕਿੰਨੀਆਂ ਕੀ ਕੁਛ ਚੀਜ਼ਾਂ ਆ ਗਈਆਂ। ਸੋ ਗੱਲ ਕਈ ਵਾਰੀ ਹੁੰਦੀ ਹੈ ਕਿ ਵੀ ਇੰਨੀਆਂ ਜ਼ਿਆਦਾ ਸਮੱਸਿਆਵਾਂ ਨੇ ਸਾਰੇ ਪਾਸੇ ਫੈਲੀਆਂ ਹੋਈਆਂ ਕਿ ਇਹਨਾਂ ਦਾ ਜਦੋਂ ਕਈ ਵਾਰੀ ਸੋਚ ਲਈਏ ਸਾਰੇ ਪਾਸੇ ਤਾਂ ਡਰ ਲੱਗਦਾ ਹੈ। ਉਹ ਮੈਂ ਇੱਕ ਵਾਰੀ ਉਹ ਸ਼ੇਰ ਸੁਣਾਉਣਾ ਹੁੰਦਾ ਕਿ फराज का शेर है कि एक ही जख्म नहीं पूरा बदन ही जख्मी है फराज, दर्द परेशान है कि उठूं तो कहाँ से उठूं। सो साडी हालत कुछ इस तरह की बनी हुई है कि दर्द परेशान होया। सो इन्हां हालातां दे विच जदों इस तरह के हालात चल रहे हैं तो उदों कुछ लोगों वालों या सरकार वालों भी कुछ मसलियां का परमानेंट सोल्यूशन करने वाले पासे वधना एक स्वागतयोग कदम है, जिन्हां चों सीधी बिजाई वाला काम है जिहड़ा ये एक स्वागतयोग कदम है, ताकि असीं अपना पानी जिहड़ा कि 2035 के करीब खत्म हो जाना है जाके, या 2040 के करीब खत्म हो जाना, उन्होंने 2040 की बजाय तो 2050 तक ही ले साड़ी जनरेशन इन्ना ही कर ले, क्योंकि विजडम हो सकता आने वाले समय होर तरक्कियां होर कोई टैक्नोलॉजी इस तरह की आ जाए। मैं डॉक्टर गिल नाल गल कर रहा सी कि आपां जिहड़ा हुण झोना बीज रहे हैं ये सीधे खेत च बीज रहे हैं तर-बतर करके, जे आपां इहनूं वट्टां ते बैड बना के बीजीए तो हो सकता पानी की होर रिक्वायरमेंट घट जाए।
ਦੁਨੀਆ ਦੇ ਵਿੱਚ ਬਹੁਤ ਮੁਲਕਾਂ ਦੇ ਵਿੱਚ ਇਹ ਗੱਲ ਸ਼ੁਰੂ ਹੋ ਗਈ ਕਿ ਸਾਰੀ ਖੇਤੀਬਾੜੀ ਜਿਹੜੀ ਹੈ ਉਹ ਬੈੱਡ ਪਲਾਂਟੇਸ਼ਨ, ਬੈੱਡ ਸੋਇਲ ਤੇ ਹੋਣੀ ਚਾਹੀਦੀ। ਉਹਦੇ ਨਾਲ ਪਾਣੀ ਵੀ ਬਹੁਤ ਬਚਦਾ ਤੇ ਪਾਣੀ ਨੁਕਸਾਨ ਵੀ ਨਹੀਂ ਖੇਤਾਂ ਦਾ ਜ਼ਿਆਦਾ। ਸੋ ਉਧਰਲੇ ਪਾਸੇ ਨੂੰ ਵੀ ਸਾਨੂੰ ਆਉਣ ਵਾਲੇ ਸਮੇਂ 'ਚ ਵਧਣਾ ਪਏਗਾ। ਸੋ ਇਹ ਜਿਹੜਾ ਇੱਕ ਹੋਰ ਜਿਹੜੇ ਚੱਲੇ ਆ ਵੀ ਖੇਤ ਹੀ ਠੰਡਾ ਕਰ ਲਈਏ, ਇਹ ਕਈ ਚੀਜ਼ਾਂ ਨਾ ਸਮਝ ਤੋਂ ਪਰੇ। ਹੁਣ ਜਦੋਂ ਵੀ 2 ਘੰਟੇ ਬਿਜਲੀ ਆ ਜਾਏ, 1 ਘੰਟੇ ਬਿਜਲੀ ਆ ਜਾਏ, ਵੀ ਖੇਤ ਚਲਾ ਦੇ ਵੀ ਠੰਡਾ ਹੀ ਕਰ ਲਈਏ। ਉਹ ਠੰਡਾ ਕਰਨ ਵਾਲੀ ਮਤਲਬ ਸਾਇੰਟਿਸਟ ਬੈਠੇ ਨੇ, ਤੁਸੀਂ ਸਾਰੇ ਖੇਤੀਬਾੜੀ ਜਿਹੜਾ ਬੰਦਾ ਕਰਦਾ ਸਾਇੰਟਿਸਟ ਹੀ ਬਣ ਜਾਂਦਾ, ਕਿਉਂਕਿ ਤਜਰਬਿਆਂ 'ਚ ਸਾਇੰਟਿਸਟ ਕੌਣ ਹੈ? ਜਿਹੜਾ ਤਜਰਬਾ ਕਰੇ ਜਾਂ ਖੋਜ ਕਰੇ। ਖੋਜੀ ਪੰਜਾਬੀ ਸਾਇੰਟਿਸਟ ਨੂੰ ਖੋਜੀ। ਸੋ ਖੋਜ ਕਰਨ ਵਾਲੇ ਦੇ ਸਾਰੇ ਬੰਦੇ ਹੋਣ। ਇਹ ਮੈਨੂੰ ਧਰਤੀ ਠੰਡੀ ਕਰਨ ਵਾਲਾ ਦੀ ਖੋਜ ਪਤਾ ਨਹੀਂ ਕਿਹਨੇ ਕਾਢ ਕੱਢੀ ਹੈ। ਸੋ ਜਿਹਨੇ ਵੀ ਕੱਢੀ ਹੈ ਉਹਦਾ ਪਤਾ ਨਹੀਂ ਹੁਣ ਕੀ ਕਰੀਏ ਕੀ ਨਾ ਕਰੀਏ। ਸੋ ਇਹਨਾਂ ਗੱਲਾਂ ਦੇ ਉੱਤੇ ਵੀ ਸਾਨੂੰ ਵਿਚਾਰਨਾ ਪਏਗਾ। ਸੋ ਮੇਰੀ ਇੱਕ ਇਹ ਵੀ ਬੇਨਤੀ ਹੈ, ਬਾਬਾ ਜੀ ਨੂੰ ਬੇਨਤੀ ਹੈ, ਅਸੀਂ ਇਕੱਠੇ ਕਾਫੀ ਕੰਮ ਕੀਤਾ ਹੈ ਇਸ ਤੋਂ ਪਹਿਲਾਂ, ਇਲੈਕਸ਼ਨ ਤੋਂ ਪਹਿਲਾਂ, ਤਾਂ ਕਿ ਪੋਲੀਟੀਕਲ ਪਾਰਟੀਆਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਨਵਾਇਰਨਮੈਂਟ ਵਾਲਾ ਮਸਲਾ ਆ ਜਾਏ। ਸੋ ਕਿਤੇ ਨਾ ਕਿਤੇ ਕੋਈ ਨਾ ਕੋਈ ਆਲ ਪਾਰਟੀ ਮੀਟਿੰਗ ਬੁਲਾ ਕੇ ਉੱਥੇ ਕੋਈ ਪੰਜਾਬ ਦੇ ਜਿਹੜੇ ਬੇਸਿਕ ਮਸਲਿਆਂ ਦੇ ਬਾਰੇ ਸਾਰੀਆਂ ਪਾਰਟੀਆਂ ਦੀ ਸਮਝ ਸੂਝ ਇੱਕ ਲੈਵਲ ਤੇ ਲੈ ਕੇ ਕਿ ਵੀ ਇੱਦੋਂ ਥੱਲੇ ਨਹੀਂ ਜਾਣਾ। ਕਿਉਂਕਿ ਕੋਈ ਬੰਦਾ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦਾ, ਆ ਕੇ ਹੁਣ 20 ਜੂਨ ਹੋਈ ਹੈ, 20 ਜੂਨ ਦੀ ਤਰੀਕ ਲਿਖੀ ਹੈ, 18 ਤੋਂ 24 ਤੱਕ ਵਾਲੀ ਡੇਟ, ਤੇ ਕੱਲ ਨੂੰ ਹੀ ਦੇਖਿਓ ਬਿਆਨ ਆਉਂਦੇ ਹੁੰਦੇ ਨਾ, ਇਹ ਕਿਵੇਂ ਹੋ ਗਏ, ਅਸੀਂ ਤਾਂ ਨਹੀਂ ਲਾਉਂਦੇ ਜੀ, ਅਸੀਂ ਤਾਂ ਨਹੀਂ ਮੰਨਦੇ। ਇਹ ਗੱਲਾਂ ਦੂਜੇ ਪਾਸੇ ਸ਼ੁਰੂ ਹੋ ਜਾਣਗੀਆਂ, ਹੋ ਸਕਦਾ ਅੱਜ ਹੀ ਹੋ ਗਿਆ ਹੁਣ ਸ਼ੁਰੂ। ਠੀਕ ਹੈ ਨਾ। ਸੋ ਕੁਝ ਚੀਜ਼ਾਂ ਦੇ ਉੱਤੇ ਸਾਨੂੰ ਆਪਸੀ ਸਮਝ ਬਣਾਉਣੀ ਪਏਗੀ ਕਿ ਪੰਜਾਬ ਦੇ ਨੂੰ ਸੁਹਿਰਦਤਾ ਨਾਲ ਜੇ ਆਪਾਂ ਡਿਵੈਲਪਮੈਂਟ ਵਾਲੇ ਪਾਸੇ ਲੈ ਕੇ ਜਾਣਾ, ਜੇ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਦਾ ਨੌਜਵਾਨ ਪੰਜਾਬ 'ਚ ਹੀ ਰਹੇ, ਤਾਂ 5-7 ਮਸਲੇ ਜਿਹੜੇ ਨੇ ਉਹਨਾਂ ਦੇ ਉੱਤੇ ਸਾਰਿਆਂ ਦੀ ਸਮਝ ਸੂਝ ਇਕੱਠੀ ਹੋ ਜੇ। ਪਾਣੀ ਦਾ ਹੋ ਜੇ, ਪਾਣੀ ਦੇ ਪੋਲਿਊਸ਼ਨ ਦਾ ਹੋ ਜੇ, ਹਵਾ ਦੇ ਪੋਲਿਊਸ਼ਨ ਦਾ ਹੋ ਜੇ, ਐਜੂਕੇਸ਼ਨ ਦਾ ਹੋ ਜੇ। ਜੇ ਅਸੀਂ ਦੁਨੀਆ ਦੇ ਵਿੱਚ ਜੇ ਕਿਸੇ ਵੀ ਕੌਮ ਨੇ ਤਰੱਕੀ ਕੀਤੀ ਹੈ ਤਾਂ ਉਹਦਾ ਸਭ ਤੋਂ ਵੱਡਾ ਤੇ ਇੱਕੋ ਇੱਕ ਮੰਤਰ ਸਿਰਫ ਐਜੂਕੇਸ਼ਨ। ਚਾਹੇ ਉਹ ਇਸਰਾਈਲ ਹੋਵੇ, ਚਾਹੇ ਉਹ ਹੋਰ ਦੁਨੀਆ ਦਾ ਕੋਈ ਮੁਲਕ ਹੋਵੇ। ਦੁਨੀਆ ਦੇ ਜਿਹੜੇ ਡਿਵੈਲਪ ਕੰਟਰੀਜ਼ ਨੇ ਤੇ ਜਿਹੜੇ ਗਰੀਬ ਮੁਲਕ ਨੇ, ਉਹਨਾਂ 'ਚ ਫਰਕ ਇੱਕੋ ਚੀਜ਼ ਦਾ ਕਿ ਡਿਵੈਲਪ ਕੰਟਰੀ ਜਿਹੜੇ 1 ਨੰਬਰ ਦੇ ਕੰਟਰੀ ਨੇ, ਉਹਨਾਂ ਨੇ ਆਪਣੀ ਐਜੂਕੇਸ਼ਨ ਦੇ ਸਟੈਂਡਰਡ ਨੂੰ ਬਹੁਤ ਵਧੀਆ ਕਰ ਲਿਆ, ਤੇ ਜਿਹੜੇ ਗਰੀਬ ਮੁਲਕ ਨੇ ਉੱਥੇ ਐਜੂਕੇਸ਼ਨ ਦੇ ਸਟੈਂਡਰਡ ਦਾ ਬਹੁਤ ਬੁਰਾ ਹਾਲ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਮੈਂ ਇੱਕ ਮਹਿਕਮੇ 'ਚ ਕੰਮ ਕਰਦਾ ਸੀ, ਤਾਂ ਉਸ ਮਹਿਕਮੇ 'ਚ ਮੇਰੇ ਕੋਲ ਇਨਕੁਆਰੀ ਆ ਗਈ। ਉਹ ਮੈਂ ਇਨਕੁਆਰੀ ਜਦੋਂ ਕਰਦਾ ਸੀ ਤਾਂ ਇਨਕੁਆਰੀ ਦੇ ਵਿੱਚ ਕੀ ਲੱਭਿਆ ਕਿ ਇੱਕ ਬੋਰਡ ਦੇ ਵਿੱਚ ਉਹਨਾਂ ਦਾ ਇੱਕ ਤਰੀਕਾ ਸੀ, ਪੰਜਾਬ ਸਰਕਾਰ ਦਾ ਬੋਰਡ ਸੀ, ਨਾਮ ਕੀ ਲੈਣਾ, ਉਸ ਬੋਰਡ ਦੇ ਵਿੱਚ ਪੇਪਰ ਆਉਂਦੇ ਸੀ, ਸਕੂਲ ਐਜੂਕੇਸ਼ਨ ਬੋਰਡ ਦੀ ਇੱਕ ਬੋਰਡ ਦੇ ਵਿੱਚ ਪੇਪਰ ਆਉਂਦੇ ਸੀ। ਤਾਂ ਪਹਿਲਾਂ ਤਾਂ ਉਹ ਨਕਲ ਵਜਣੀ ਉੱਥੇ ਜਿੱਥੇ ਇੰਸਟੀਚਿਊਟ ਸੀਗੇ, ਉਸ ਤੋਂ ਬਾਅਦ ਫਿਰ ਥੋੜਾ ਨਕਲ ਮਾਰਨ ਤੋਂ ਬਾਅਦ ਫਿਰ ਰੀਵੈਲਿਊਸ਼ਨ ਵਾਸਤੇ ਤੁਹਾਡੇ ਕੋਲ ਆ ਜਾਣਾ। ਤੇ ਰੀਵੈਲਿਊਸ਼ਨ ਦੇ ਵਿੱਚ ਜਿਹੜਾ ਮੇਰੇ ਕੋਲ ਇਨਕੁਆਰੀ ਆਈ, ਜਿਹੜੀ ਮੈਂ ਇਨਕੁਆਰੀ ਕਰਕੇ ਲਿਖਿਆ, ਕਿਹਾ ਵੀ ਇਹ ਤਾਂ ਬਖਸ਼ਣ, ਉਹ ਇਹ ਸੀ ਕਿ 0 ਨੰਬਰ ਜਿਹੜੇ ਬੰਦੇ ਦਾ ਸੀ ਉਹਨੇ ਰੀਵੈਲਿਊਸ਼ਨ ਪਾਇਆ, ਜਿਹਦਾ 0 ਨੰਬਰ ਆਇਆ ਸੀ, ਤੇ ਉਸ ਬੰਦੇ ਦੇ ਰੀਵੈਲਿਊਸ਼ਨ ਦੇ ਵਿੱਚ 70 ਨੰਬਰ ਚਲੇ। ਹੁਣ ਮੈਨੂੰ ਤਾਂ ਸਮਝ ਨਹੀਂ ਲੱਗਿਆ ਅੱਜ ਤੱਕ ਕਿ ਜਿਹੜੇ ਬੰਦੇ ਨੂੰ 0 ਹੈ, ਹਾਂ ਤੁਹਾਡੇ 30 ਨੰਬਰ ਨੇ, ਤੁਸੀਂ 35 ਹੋ ਜਾਓਗੇ, ਤੁਸੀਂ 35 ਤੋਂ 40 ਹੋ ਜਾਓਗੇ, 0 ਤੋਂ ਪਾਸ ਕਿਵੇਂ ਹੋ ਗਿਆ ਬੱਚਾ? ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਭਾਈ ਇਹ ਜਿਹੜਾ 0 ਤੋਂ ਪਾਸ ਹੋਇਆ ਨਾ, ਇਹਦਾ ਪੇਪਰ ਤਾਂ ਦਿਖਾਓ। ਮੈਂ ਉਹ ਪੇਪਰ ਤਾਂ ਦੇਖਿਆ ਜਿੱਥੇ ਲਿਖਿਆ ਸੀ। ਕਹਿੰਦੇ ਪੇਪਰ ਤਾਂ ਅਸੀਂ ਸਾੜਤੇ, 3 ਮਹੀਨੇ ਹੋ ਗਏ, 3 ਮਹੀਨੇ ਬਾਅਦ ਪੇਪਰ ਸਾੜ ਦਿੰਦੇ, ਲੋਕ ਕਰ ਲਓ ਕਿ ਉਹਨੂੰ ਪੜ੍ਹਨਾ ਕੀ ਕਰੋਗੇ ਤੁਸੀਂ? ਸੋ ਹੁਣ ਜੇ ਇੱਥੇ ਕੁਝ ਹੋਣਾ ਹੈ, ਸੋ ਮੇਰਾ ਕਹਿਣ ਦਾ ਮਤਲਬ ਵੀ ਸਾਡੀ ਐਜੂਕੇਸ਼ਨ ਦੇ ਉੱਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਸਾਰਾ ਤਾਣਾ ਬਾਣੇ ਦੇ ਵਿੱਚ ਇਹ ਹੋ ਜੇ ਕਿ ਉਸ ਲੈਵਲ ਤੇ ਕੋਈ ਕੰਪਰੋਮਾਈਜ਼ ਨਹੀਂ। ਐਜੂਕੇਸ਼ਨ ਦਾ ਸਟੈਂਡਰਡ ਉਸ ਤਰ੍ਹਾਂ ਦਾ ਹੈ। ਜਦੋਂ ਆਹ ਐਜੂਕੇਸ਼ਨ ਦਾ ਸਾਰਾ ਕੁਝ ਤਾਣਾ ਬਾਣਾ ਦੇਖ ਕੇ ਅਸੀਂ ਉਹ ਡਿਜ਼ਾਈਨ ਕੀਤਾ, ਮੈਂ ਇੱਕ ਹਾਇਰ ਐਜੂਕੇਸ਼ਨ ਰੈਗੂਲੇਟਰੀ ਬਿੱਲ ਬਣਾਇਆ ਪੰਜਾਬ ਸਰਕਾਰ ਦੇ ਵਿੱਚੋਂ, ਐਲਆਰ ਤੋਂ ਹੋਰ ਤੋਂ ਪਾਸ ਕਰਾ ਕੇ ਵੀ ਇਹ ਬਿੱਲ ਪਾਸ ਕਰੋ ਤਾਂ ਕਿ ਯੂਨੀਵਰਸਿਟੀਆਂ ਦੇ ਵਿੱਚ ਦੇਖੀਏ ਤਾਂ ਸਹੀ, ਕਾਲਜਾਂ ਦੇ ਵਿੱਚ ਦੇਖੀਏ ਤਾਂ ਸਹੀ ਟੀਚਰ ਕਿੰਨੇ, ਇਹਨਾਂ ਨੂੰ ਤਨਖਾਹ ਕਿੰਨੀ ਮਿਲਦੀ ਹੈ। 10,000 ਤੇ ਟੀਚਰ ਰੱਖੇ ਹੈ, ਤੇ ਫਿਰ ਤੁਸੀਂ ਉਹਨਾਂ ਨੇ ਪੜ੍ਹਾਉਣਾ ਕੀ ਹੈ? ਜਾਂ ਟੀਚਰ ਹੈ ਹੀ ਨਹੀਂ, ਇੱਕ ਟੀਚਰ 5 ਕਾਲਜਾਂ 'ਚ ਲੱਗਿਆ ਹੋਇਆ। ਮੈਂ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਸੀਗਾ ਜਦੋਂ ਵਾਈਸ ਚਾਂਸਲਰ, ਤਾਂ ਦੇਖਿਆ 100 ਇੰਸਪੈਕਸ਼ਨ ਕਰਾਈ, 100 ਕਾਲਜਾਂ ਨੂੰ ਨੋਟਿਸ ਦਿੱਤਾ ਬੰਦ ਕਰਨ ਦਾ। ਉਹਨਾਂ ਦੇ ਬੇਸਿਕ ਫੈਸਿਲਿਟੀਆਂ ਨਹੀਂ ਸੀਗੀਆਂ, ਉਹਨਾਂ ਨੂੰ ਨੋਟਿਸ ਦੇ ਦਿੱਤਾ ਵੀ ਵਾਈ ਯੂ ਸ਼ੁਡ ਨਾਟ ਬੀ ਕਲੋਜ਼ਡ। ਸੋ ਇਹੋ ਜਿਹੇ ਦੇ ਵਿੱਚ ਉਹ ਫਿਰ ਜਦੋਂ ਬਿਲਕੁਲ ਅੱਗੇ ਗਿਆ ਤਾਂ ਸਿੰਘਾਂ ਦੀ ਬਦਲੀ ਹੋ ਗਈ, ਤੇ ਫਿਰ ਸੋ ਇਹ ਚੀਜ਼ਾਂ ਨੇ ਇਹਨਾਂ ਦੇ ਉੱਤੇ ਸਾਨੂੰ ਮਤਲਬ ਹੁਣ ਸਮਾਂ ਆ ਗਿਆ ਕਿ ਹੁਣ ਹੋਰ ਲਿਵਰੇਜ ਨਹੀਂ ਦਿੱਤਾ ਜਾ ਸਕਦਾ। ਹੁਣ ਉੱਥੇ ਕਿਤੇ ਨਾ ਕਿਤੇ ਲੈਵਲ ਦੇ ਉੱਤੇ ਉਸ ਗੱਲ ਨੂੰ ਰੋਕਿਆ ਜਾਣਾ ਚਾਹੀਦਾ।
ਰੋਕ ਕੇ ਤੇ ਅੱਗੇ ਵਧੀਏ। ਤੇ ਮੈਨੂੰ ਖੁਸ਼ੀ ਹੈ ਕਿ ਇਹ ਜਿਹੜਾ ਸਾਡਾ ਹੁਣ ਯੰਗ ਇਨੋਵੇਟਿਵ ਫਾਰਮਰਸ ਗਰੁੱਪ ਹੈ, ਇਹਨੂੰ ਮੇਰਾ ਖਿਆਲ ਹੈ ਵੀ ਯੰਗ ਦੇ ਥਾਂ ਤੇ ਪ੍ਰੋਗਰੈਸਿਵ ਹੈ। ਕਿਉਂਕਿ ਗੱਲ ਪਤਾ ਕੀ ਆ, ਜਦੋਂ ਨਜ਼ਰ ਮਾਰਦੇ ਆ ਤਾਂ ਫਿਰ ਉਹ ਯੰਗ ਵਾਲੀ ਗੱਲ ਕਈ ਵਾਰੀ ਬਾਅਦ ਵਿੱਚ ਸਰਕਾਰ ਪਛਾਣ ਕਰਦੀ ਹੈ ਵੀ ਉਹ ਯੰਗ ਵਾਲੇ ਕਿੱਥੇ ਨੇ ਜੀ। ਜਦੋਂ ਰੰਗ ਰੁੰਗ ਲਾ ਕੇ ਤਾਂ ਦਾੜੀਆਂ ਨੂੰ ਹੋਰ ਚੀਜ਼ ਹੈ ਪਰ ਉਹ ਨਹੀਂ ਕਰ ਪਾਉਂਦੇ। ਠੀਕ ਹੈ ਨਾ, ਸੋ ਯੰਗ ਦੇ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਵਾਰ ਯੰਗ ਹੀ ਹੋਵੇ। ਯੰਗ ਤਾਂ ਸਭ ਆਪਣੇ ਜਾ ਰਹੇ ਨੇ ਬਾਹਰਲੇ ਮੁਲਕਾਂ ਨੂੰ, ਕੈਨੇਡਾ, ਜੇ ਉਹਨਾਂ ਦਾ ਬੱਸ ਚੱਲੇ ਸਾਡੇ ਪਹੀਏ ਲਾ ਲੈਣ ਪੰਜਾਬ 'ਚ, ਜਦੋਂ ਪਹੀਏ ਲਾ ਕੇ ਲੈ ਜਾਣ। ਸੋ ਇਹਦਾ ਪ੍ਰੋਗਰੈਸਿਵ ਇਨੋਵੇਟਿਵ ਫਾਰਮਰ, ਠੀਕ ਹੈ ਨਾ ਜੀ। ਤੇ ਤਾਂ ਕਿ ਆਪਾਂ ਪ੍ਰੋਗਰੈਸਿਵ ਦੇ ਉੱਤੇ ਜ਼ਿਆਦਾ ਜ਼ੋਰ ਦਈਏ, ਨਾ ਕਿ ਯੰਗ ਦੀ। ਯੰਗ ਆਪਣੇ ਆਪ ਜਦੋਂ ਪ੍ਰੋਗਰੈਸ ਕਰਾਂਗੇ, ਯੰਗ ਆਪਣੇ ਆਪ ਆ ਜਾਣ। ਤੋਂ ਆਪਣੇ ਸਰਕਾਰ ਨੇ ਵੀ ਕਿਹਾ ਸੀ ਕਿ ਅਸੀਂ ਬਾਹਰਲੇ ਬੱਚੇ ਜਿਹੜੇ ਬਾਹਰ ਗਏ ਹੋਏ ਆ ਉਹਨਾਂ ਨੂੰ ਵਾਪਸ ਲੈ ਕੇ ਆਉਣਾ, ਜਾਂ ਅੰਗਰੇਜ਼ ਵੀ ਸ਼ਾਇਦ ਸਾਡੇ ਕੋਲ ਇੱਥੇ ਨੌਕਰੀਆਂ ਲੈਣ ਆਇਆ ਕਰਾਂਗੇ। ਬਹੁਤ ਸੋਹਣੀ ਗੱਲ ਹੈ, ਉਹ ਆ ਜਾਣ। ਸਾਡੇ ਤਾਂ ਆਪਣੇ ਅੰਗਰੇਜ਼ ਬਣ ਗਏ, ਹੁਣ ਉਹੀ ਆ ਜਾਣ। ਠੀਕ ਹੈ ਨਾ, ਜੋ ਹੁਣ ਅੰਗਰੇਜ਼ੀ ਬੋਲਦੇ